ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ। ਸਿਰਜਣਹਾਰੇ ਤਾਰਿਆ, ਆਪ ਸਿਰਜਣਹਾਰੇ ਤਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਘਰ ਹੱਥ। ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਅਨੰਦ ਗੁਣੀ ਨਿਧਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਸਭੇ ਕਾਜ ਸਹਿਲੜੇ ਥੀਐ, ਸਭੇ ਕਾਜ ਸਹਿਲੜੇ ਥੀਐ। ਸਭੇ ਕਾਜ ਸਹਿਲੜੇ ਥੀਐ, ਸਭੇ ਕਾਜ ਸਤਿਗੁਰ ਤੂਠਾ, ਗੁਰੂ ਨਾਨਕ ਸਤਿਗੁਰ ਤੂਠਾ। ਸਭੇ ਕਾਜ ਸਹਿਲੜੇ ਥੀਐ, ਸਭੇ ਕਾਜ ਸਹਿਲੜੇ ਥੀਐ।
ਸਭੇ ਕਾਜ ਸਭੇ ਕਾਜ ਸਭੇ ਕਾਜ ਸੁਭਿਲਣ ਕੀਏ। ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹ ਪਾਈ, ਸੰਗਤ ਮੋਹ ਪਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ। सगल संग हमको बन आई। बिसर गई सब तात पराई, बिसर गई सब तात पराई। जब ते साध संगत मोह पाई, जब ते साध संगत मोह पाई, साध संगत मोह पाई, जब ते साध संगत मोह पाई, जब ते साध संगत मोह पाई। बिसर गई सब सात पराई, बिसर गई सब तात पराई। कीनो सो पल मानियो, जो प्रभ कीनो सो पल मानियो, जो प्रभ कीनो सो पल मानियो। इस मत साधु ते पाई, इस मत साधु ते पाई। सब तात पराई, बिसर गई सब तात पराई। साध संगत मोह पाई, जब ते साध संगत मोह पाई, जब ते साध संगत मोह पाई, जब ते साध संगत मोह पाई। बिसर गई सब तात पराई, बिसर गई सब तात पराई। सब मेरा रया प्रभ से कै, सब मेरा रया प्रभ कै। पेख पेख नानक बिगसाई, पेख पेख नानक बिगसाई, पेख
ਸੰਗਤ ਮੋਹ ਪਾਈ, ਜਪ ਤੇ ਸਾਧ ਸੰਗਤ ਮੋਹ ਪਾਈ, ਜਪ ਤੇ ਸਾਧ ਸੰਗਤ ਮੋਹ ਪਾਈ, ਜਪ ਤੇ ਸਾਧ ਸੰਗਤ ਮੋਹ ਪਾਈ। ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ, ਵਿਸਰ ਗਈ ਸਭ, ਵਿਸਰ ਗਈ ਸਭ ਤਾਤ ਪਰਾਈ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਸੰਤਨ ਕੀ ਸੰਗ ਸਾਧੂ ਕਾ, ਤਨ ਸੰਤਨ ਕੀ ਸੰਗ ਸਾਧੂ ਕਾ, ਤਨ ਸੰਤਨ ਕੀ ਸੰਗ ਸਾਧੂ ਕਾ। ਹਰ ਨਾਮ ਜਪ ਪਰਮ ਗਤੇ, ਹਰ ਨਾਮ ਜਪ ਪਰਮ ਗਤੇ।
ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਗਿਆਨ ਪਰਮ ਬਿਨ ਸੈਨ ਤੇਰਾ, ਬਸੇ ਗੁਰ ਪੈਰਾ, ਜਾ ਕੇ ਹਿਰਦੇ ਬਸੇ ਗੁਰ ਪੈਰਾ, ਜਾ ਕੇ ਹਿਰਦੇ ਬਸੇ ਗੁਰ ਪੈਰਾ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਸਾਧ ਸੰਗ ਰੰਗ ਪ੍ਰਭ ਧਿਆਇਆ, ਸਾਧ ਸੰਗ ਰੰਗ ਰੰਗ ਪ੍ਰਭ ਧਿਆਇਆ, ਕੋ ਨਾਨਕ ਤਿਨ ਪੂਰਾ ਪਾਇਆ। ਕੋ ਨਾਨਕ ਤਿਨ ਪੂਰਾ ਪਾਇਆ, ਕੋ ਨਾਨਕ ਤਿਨ ਪੂਰਾ ਪਾਇਆ, ਕੋ ਨਾਨਕ ਤਿਨ ਪੂਰਾ ਪਾਇਆ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਐਲ ਸੰਤਨ ਕੀ ਸੰਗ ਸਾਧੂ ਕਾ, ਟਲ ਸੰਤਨ ਕੀ ਸੰਗ ਸਾਧੂ ਕਾ। ਹਰਿ ਨਾਮ ਜਪ ਪਰਮ ਗਤੇ, ਹਰਿ ਨਾਮ ਜਪ ਪਰਮ ਗਤੇ, ਹਰਿ ਨਾਮ ਜਪ ਪਰਮ ਗਤੇ, ਹਰਿ ਨਾਮ ਜਪ ਪਰਮ ਗਤੇ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਪੂਜਾ ਚਰਨਾ ਠਾਕੁਰ ਸਰਨਾ, ਚਰਨਾ ਪੂਜਾ ਚਰਨਾ ਠਾਕੁਰ ਸਰਨਾ। ਸੋਈ ਕੁਸਲ ਜੋ ਪ੍ਰਭ ਜੀਓ ਕਰਨਾ, ਸੋਈ ਕੁਸਲ ਜੋ ਪ੍ਰਭ ਜੀਓ ਕਰਨਾ, ਸੋਈ ਕੁਸਲ ਜੀਓ ਪ੍ਰਭ ਜੀਓ ਕਰਨਾ, ਸੋਈ ਕੁਸਲ ਜੀਓ ਪ੍ਰਭ ਜੀਓ ਕਰਨਾ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ। ਸੰਤਨ ਕੀ ਸੰਗ ਸਾਧੂ ਕਾ,
ਸਾਧੂ ਕਾ ਹਰਿ ਨਾਮ ਜਪ ਪਰਮ ਗਤੇ ਹਰਿ ਨਾਮ ਜਪ ਪਰਮ ਗਤੇ ਐਸੀ ਮੰਗ ਗੋਬਿੰਦ ਤੇ 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 ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਯੂਨੀਵਰਸਿਟੀ ਦੇ ਸਿਕਿਉਰਿਟੀ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਵਾਲੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ, ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰੂ ਕੀ ਬਾਣੀ ਕਾ ਹਰ ਜਸ ਕੀਰਤਨ ਸਰਵਣ ਕਰਵਾਇਆ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਣੇ ਕੋਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਉਸ ਪਾਵਨ ਦਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਵਾਲੇ ਪੰਥ ਦੀ ਮਹਾਨ ਸ਼ਖਸੀਅਤ, ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਹੁੰਚ ਚੁੱਕੇ ਹਨ। ਸੋ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਬਾਹਰ ਇੱਧਰ ਉੱਧਰ ਆਸੇ-ਪਾਸੇ, ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨ, ਕਿਉਂਕਿ ਇਹਨਾਂ ਸਮਾਗਮਾਂ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਪੰਡਾਲ ਦੇ ਵਿੱਚ ਬੈਠ ਕੇ ਹਰ ਜਸ ਕੀਰਤਨ, ਗੁਰੂ ਕੀਆਂ ਕਥਾ ਵਿਚਾਰਾਂ, ਗੁਰ ਇਤਿਹਾਸ ਸਰਵਣ ਕਰਾਂਗੇ ਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗੇ। ਸੋ ਸਰਬੱਤ ਸੰਗਤਾਂ ਨੂੰ, ਜਿਹੜੀ ਆਸੇ-ਪਾਸੇ ਸੰਗਤਾਂ ਖੜੀਆਂ, ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ। ਹੁਣ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਆਪਾਂ ਨੂੰ ਗੁਰੂ ਕੀਆਂ ਕਥਾ ਵਿਚਾਰਾਂ, ਗੁਰ ਇਤਿਹਾਸ ਰਾਹੀਂ ਸਾਂਝ ਪਾਉਣਗੇ। ਸਿੰਘ ਸਾਹਿਬ ਜੀ ਦੇ ਸਤਿਕਾਰ ਹਿੱਤ ਆਓ ਜਕਾਰਾ ਬੁਲੰਦ ਕਰੀਏ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸਨਾ ਭਰਿਆ ਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰੱਬੀ ਗਿਆਨ ਦੇ ਸਾਗਰ, ਸਰਬ ਸਾਂਝੀ ਵਾਲਤਾ ਦੇ ਮੁਜਸਮੇ, ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸੰਗਤ ਦੀ ਜੁਗਤ ਵਿੱਚ ਜੁੜ ਬੈਠੇ ਪਿਆਰੇ ਵਿਦਿਆਰਥੀਓ,
ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਟਾਫ, ਪ੍ਰਬੰਧਕ ਵੀਰ ਸਮੁੱਚੇ ਰੂਪ ਵਿੱਚ ਸਰਬੱਤ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ ਪਵਿੱਤਰ ਬਚਨ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਸੱਤੀ ਪੈਰੀ ਸਤ ਭਲਾ, ਬਈਐ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਗਰੀਬ ਨਵਾਜ ਜੀ ਨੇ ਦਿਨ ਅਤੇ ਰਾਤ ਦੇ ਜਿਹੜੇ 8 ਪਹਿਰ ਨੇ, ਜਿਹਨੂੰ ਆਪਾਂ 24 ਘੰਟੇ ਜਾਂ 60 ਘੜੀਆਂ ਵੀ ਆਖਦੇ ਹਾਂ, ਉਹਨਾਂ ਵਿੱਚੋਂ ਜਿੱਥੇ ਰਾਤ ਦਾ ਚੌਥਾ ਪਹਿਰ ਗਰੀਬ ਨਵਾਜ ਨੇ ਪਰਮੇਸ਼ਰ ਦੀ ਯਾਦ ਲਈ ਲਾਜ਼ਮੀ ਕਰ ਦਿੱਤਾ ਹੈ, ਉੱਥੇ ਬਾਕੀ ਦਾ ਜਿਹੜਾ ਸਮਾਂ ਹੈ, ਜਿਹੜੇ 7 ਪਹਿਰ ਨੇ ਬਾਕੀ 8 ਪਹਿਰਾਂ ਵਿੱਚੋਂ, ਉਹਦੇ ਬਾਰੇ ਵੀ ਸਪਸ਼ਟ ਕੀਤਾ ਹੈ ਵੀ ਜਿੰਨਾ ਸਮਾਂ ਹੋਵੇ ਤੂੰ ਉਹਨਾਂ ਕੋਲ ਬੈਠ ਜਿਨ੍ਹਾਂ ਨੇ ਕੁਝ ਪੜ੍ਹਿਆ ਹੈ, ਜਿਹੜੇ ਗੁਣਵਾਨ ਨੇ, ਜਿਨ੍ਹਾਂ ਵਿੱਚ ਕੁਝ ਹੁਨਰ ਹੈ, ਜਿਨ੍ਹਾਂ ਦੇ ਵਿੱਚ ਕੁਝ ਗੁਣ ਨੇ, ਜਿਸ ਵਿੱਚ ਵੀ ਕੋਈ ਕਲਾ ਹੈ। ਸਾਹਿਬ ਕਹਿੰਦੇ ਉਸ ਮਨੁੱਖ ਦੇ ਅੰਦਰ ਇਹ ਪਰਮਾਤਮਾ ਦਾ ਗੁਣ ਹੈ, ਕਿਉਂਕਿ ਪਰਮਾਤਮਾ ਸਰਬ ਕਲਾ ਸਮਰੱਥ ਹੈ, ਤੇ ਉਹਦੀ ਬਖਸ਼ਿਸ਼, ਉਹਦੀ ਰਹਿਮਤ ਜਦੋਂ ਸਾਡੇ ਅੰਦਰ ਪ੍ਰਗਟ ਹੁੰਦੀ ਹੈ, ਕਿਸੇ ਵਿੱਚ 12 ਕਲਾ, ਕਿਸੇ ਵਿੱਚ 14 ਕਲਾ, ਕਿਸੇ ਵਿੱਚ 16 ਕਲਾ, ਜਿਹੜਾ ਵੀ ਕਲਾਵਾਨ ਹੈ, ਜਿਹੜਾ ਹੁਨਰਮੰਦ ਹੈ, ਗੁਣਵਾਨ ਹੈ, ਸਾਹਿਬ ਕਹਿੰਦੇ ਜਿਨ੍ਹਾਂ ਨੇ ਕੁਝ ਪੜ੍ਹਿਆ ਹੈ, ਜਿਨ੍ਹਾਂ ਦੇ ਵਿੱਚ ਕੁਝ ਗੁਣ ਨੇ, ਜਦੋਂ ਉਹਨਾਂ ਕੋਲ ਬੈਠਾਂਗੇ ਉੱਥੇ ਵਿਚਾਰ ਹੋਵੇਗੀ ਭਲਾ ਕੀ ਹੈ, ਬੁਰਾ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ। ਜਦੋਂ ਇਹ ਨਿਰਣਾ ਹੋਵੇਗਾ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਕੂੜ ਦਾ, ਝੂਠ ਦਾ ਜਿਹੜਾ ਸਰਮਾਇਆ ਹੈ ਉਹ ਘਟੇਗਾ, ਤੇ ਸੱਚ ਦੀ ਰਾਸ, ਸੱਚ ਦਾ ਸਰਮਾਇਆ ਸਾਡੀ ਜ਼ਿੰਦਗੀ ਵਿੱਚ ਵਧੇਗਾ। ਜਿਵੇਂ ਇੱਕ ਵਿਦਿਆਰਥੀ ਹੈ, ਉਹਦੇ ਜੀਵਨ ਵਿੱਚ ਅਗਿਆਨਤਾ ਹੁੰਦੀ ਹੈ, ਪਰ ਜਿਵੇਂ ਜਿਵੇਂ ਉਹ ਵਿਦਿਆ ਦਾ ਗਿਆਨ ਪ੍ਰਾਪਤ ਕਰਦਾ ਹੈ, ਗਿਆਨ ਦੇ ਆਉਣ ਨਾਲ ਉਹਦੇ ਜੀਵਨ ਵਿੱਚੋਂ ਅਗਿਆਨਤਾ, ਉਹਦੇ ਜੀਵਨ ਵਿੱਚੋਂ ਅਵਿਦਿਆ ਦੂਰ ਹੋ ਜਾਂਦੀ ਹੈ। ਹਨੇਰੇ ਵਿੱਚ ਬੈਠੇ ਹੋਈਏ, ਚਾਨਣ ਦਾ ਪ੍ਰਬੰਧ ਹੋ ਜਾਵੇ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਗਰੀਬ ਨਵਾਜ ਨੇ ਰੱਬੀ ਬਾਣੀ ਵਿੱਚ ਬਚਨ ਕਹੇ ਨੇ, ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਜਦੋਂ ਇਸ ਗੱਲ ਦੀ ਵਿਚਾਰ ਹੋਵੇਗੀ ਕਿ ਚੰਗਾ ਕੀ ਹੈ, ਮਾੜਾ ਕੀ ਹੈ, ਸੱਚਮੁੱਚ ਜ਼ਿੰਦਗੀ ਦੇ ਵਿੱਚ ਸੱਚ ਦਾ ਸਰਮਾਇਆ ਵਧੇਗਾ ਤੇ ਕੂੜ ਦੀ ਰਾਸ ਘਟੇਗੀ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦੇ ਜੀਵਨ ਵਿੱਚੋਂ ਅਗਿਆਨਤਾ, ਅਵਿਦਿਆ ਦੂਰ ਹੋਵੇ, ਉਹ LKG ਤੋਂ ਲੈ ਕੇ ਜਦੋਂ ਵੱਖ-ਵੱਖ ਸਕੂਲਾਂ ਵਿੱਚ, ਕਾਲਜਾਂ ਵਿੱਚ, ਯੂਨੀਵਰਸਿਟੀ ਤੱਕ ਪੜ੍ਹਾਈ ਪੜ੍ਹਦਾ ਹੈ, PhD ਕਰਦਾ ਹੈ ਜਾਂ ਹੋਰ ਡਿਗਰੀਆਂ ਹਾਸਲ ਕਰਦਾ ਹੈ, ਤੇ ਉਹੀ ਬੱਚਾ, ਉਹੀ ਵਿਦਿਆਰਥੀ ਜਿਹੜਾ ਅਗਿਆਨੀ ਹੁੰਦਾ ਹੈ, ਜਿਹਦੀ ਮੱਤ ਬੜੀ ਚੰਚਲ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਬੜਾ ਸ਼ਰਾਰਤੀ ਸੁਭਾਅ ਦਾ ਹੈ, ਹਰ ਗੱਲ ਨੂੰ ਉਹ ਖੇਡ ਸਮਝਦਾ ਹੈ। ਪਰ ਉਹੀ ਬੱਚਾ ਇੱਕ ਦਿਨ ਡਾਕਟਰ ਬਣ ਕੇ, ਇੰਜੀਨੀਅਰ ਬਣ ਕੇ, ਜੱਜ ਬਣ ਕੇ, ਇੰਜ ਕਹਿ ਲਈਏ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਉਹਨੇ ਸੋਚਿਆ ਵੀ ਨਹੀਂ ਹੁੰਦਾ, ਤੇ ਉਹ ਪ੍ਰਾਪਤੀ ਜਿਹੜੀ ਹੈ ਉਸ ਨੂੰ ਵਿਦਿਆ ਦੇ ਦੁਆਰਾ ਹੋ ਜਾਂਦੀ ਹੈ। ਅੱਜ ਵੀ ਨਵੇਂ ਵਿਦਿਆਰਥੀ ਜਿਹੜੇ ਇੱਥੇ ਆਪਣਾ ਸੈਸ਼ਨ ਸ਼ੁਰੂ ਕਰ ਰਹੇ ਨੇ, ਉਹਨਾਂ ਨੂੰ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੀ ਆਇਆਂ ਕਹਿਣ ਲਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲਿਆ ਗਿਆ ਤੇ ਸਤਿਗੁਰੂ ਜੀ ਜਿੱਥੇ ਹੋਰ ਸਾਨੂੰ ਦਾਤਾਂ ਬਖਸ਼ਿਸ਼ ਕਰਦੇ ਨੇ, ਉੱਥੇ ਜ਼ਿਕਰ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਤੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ। ਜਿਸ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਚੱਲ ਰਹੀ ਇਹ ਸੰਸਥਾ ਵਿੱਚ ਆ ਬੈਠੇ ਹੋ, ਜਿਵੇਂ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਮਨਾ ਰਹੇ ਹਾਂ, ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਜਿਹੜੀ ਸੰਸਥਾ ਹੈ ਇਹ ਸ਼ੁਰੂ ਕੀਤੀ ਗਈ ਤੇ ਅੱਜ ਅਨੇਕਾਂ ਹੀ ਵਿਦਿਆਰਥੀ ਜਿਹੜੇ ਇੱਥੋਂ ਡਿਗਰੀਆਂ ਪ੍ਰਾਪਤ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਵੱਖਰੇ ਵੱਖਰੇ ਖੇਤਰ ਦੇ ਵਿੱਚ ਸੇਵਾ ਕਰ ਰਹੇ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਧਾਰਨ ਕੀਤਾ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵੀ ਵਿਦਿਆ ਪੜ੍ਹਦੇ ਤਾਂ ਸਾਰੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਵੀ ਸਤ ਸੰਤੋਖ ਗਿਆਨ ਦਾ ਜ਼ਿਕਰ ਆਇਆ ਹੈ ਤੇ ਜਿੱਥੇ ਸੰਪੂਰਨਤਾ ਹੁੰਦੀ ਹੈ ਉੱਥੇ ਵੀ ਸਤ ਸੰਤੋਖ ਵਿਚਾਰੋ। ਹੁਣ ਗਿਆਨ ਤੇ ਵਿਚਾਰੋ ਇਹ ਦੋਵੇਂ ਇੱਕ ਦੂਸਰੇ ਦੇ ਪਰਾਇਆਵਾਚੀ ਸ਼ਬਦ ਨੇ। ਜਿਵੇਂ ਸੂਰਜ ਨੂੰ ਆਪਾਂ ਰਵ ਵੀ ਕਹਿ ਦਿੰਨੇ ਆ, ਦਿਨ ਪਤ ਵੀ ਕਹਿ ਦਿੰਨੇ ਆ, ਭਾਨ ਵੀ ਕਹਿ ਦਿੰਨੇ ਆ। ਕਿਸੇ ਇੱਕ ਵਾਸਤੇ ਇੱਕ ਤੋਂ ਵੱਧ ਸ਼ਬਦ ਵਰਤਨੇ ਇਹਨੂੰ ਪਰਾਇਆਵਾਚੀ ਸ਼ਬਦ ਕਿਹਾ ਜਾਂਦਾ ਹੈ। ਗਿਆਨ ਤੇ ਵਿਚਾਰ ਇਹ ਦੋਵੇਂ ਇੱਕ ਦੂਸਰੇ ਦੇ ਪਰਾਇਆਵਾਚੀ ਨੇ, ਪਰ ਗਰੀਬ ਨਵਾਜ ਨੇ ਆਰੰਭ ਵਿੱਚ ਵੀ ਗਿਆਨ ਤੋਂ ਪਹਿਲਾਂ ਸਤ ਸੰਤੋਖ ਦਾ ਜ਼ਿਕਰ ਕੀਤਾ ਤੇ ਅਖੀਰ ਤੇ ਜਾ ਕੇ ਵੀ ਜਦੋਂ ਵਿਚਾਰੋ ਜਾਂ ਵਿਚਾਰ ਦੀ ਗੱਲ ਕਰਦੇ ਨੇ ਤੇ ਉੱਥੇ ਵੀ ਸਤ ਤੇ ਸੰਤੋਖ ਦਾ ਜ਼ਿਕਰ ਆਇਆ, ਜਿਹਦਾ ਇਹ ਭਾਵ ਸੀ ਵੀ ਸਾਡੇ ਕੋਲ ਵਿਚਾਰ ਦੀ, ਸਾਡੇ ਕੋਲ ਗਿਆਨ ਦੀ, ਸਾਡੇ ਕੋਲ ਵਿਦਿਆ ਦੀ ਘਾਟ ਨਹੀਂ। ਜੇ ਘਾਟ ਹੈ ਤੇ ਗਿਆਨ ਤੋਂ ਪਹਿਲਾਂ ਜਿਹੜਾ ਸਤ ਤੇ ਸੰਤੋਖ ਹੈ ਉਹ ਅੱਜ ਸਾਡੀ ਜ਼ਿੰਦਗੀ ਵਿੱਚੋਂ ਅਲੋਪ ਹੋ ਗਿਆ। ਸੱਚਮੁੱਚ ਜੇ ਇੱਕ ਇੰਜੀਨੀਅਰ ਦੀ ਜ਼ਿੰਦਗੀ ਵਿੱਚ ਸਤ ਸੰਤੋਖ ਹੋਵੇਗਾ, ਜੇ ਇੱਕ ਡਾਕਟਰ ਦੀ ਜ਼ਿੰਦਗੀ ਵਿੱਚ ਸਤ ਸੰਤੋਖ ਹੋਵੇਗਾ, ਜੇ ਇੱਕ ਜੱਜ ਦੀ ਜ਼ਿੰਦਗੀ ਵਿੱਚ ਸਤ ਸੰਤੋਖ ਹੋਵੇਗਾ ਤੇ ਵਿਦਿਆ ਕਰਕੇ ਸੰਸਾਰ ਦਾ ਵਿਨਾਸ਼ ਨਹੀਂ ਸਗੋਂ ਸੰਸਾਰ ਦਾ ਵਿਕਾਸ ਹੋਵੇਗਾ। ਇੱਕ ਪੜ੍ਹਿਆ ਲਿਖਿਆ ਡਾਕਟਰ ਸਮਝੇਗਾ ਕਿ ਸੱਚਮੁੱਚ ਭਰੂਣ ਹੱਤਿਆ ਪਾਪ ਹੈ। ਇੱਕ ਪੜ੍ਹਿਆ ਲਿਖਿਆ ਇੰਜੀਨੀਅਰ ਸਮਝੇਗਾ ਕਿ ਮੇਰੀ ਇੱਕ ਨਿੱਕੀ ਜੀ ਅਣਗਹਿਲੀ ਦੇ ਕਾਰਨ ਕੋਈ ਪੁਲ ਡਿੱਗ ਸਕਦਾ ਹੈ, ਇਮਾਰਤਾਂ ਡਿੱਗ ਸਕਦੀਆਂ ਨੇ, ਬੜਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਗਰੀਬ ਨਵਾਜ ਨੇ ਇਹ ਨੁਕਤਾ ਸਮਝਾਇਆ ਕਿ ਵਿਦਿਆ ਪੜ੍ਹਦੇ ਤਾਂ ਸਾਰੇ ਨੇ, ਪਰ ਤਾਂ ਸ਼ਬਦ ਉੱਥੇ ਕੰਡੀਸ਼ਨਲ ਹੈ ਕਿਉਂਕਿ ਗੁਰਬਾਣੀ ਵਿੱਚ ਜਾਂ ਤੇ ਤਾਂ ਇਹ ਦੋਵੇਂ ਕੰਡੀਸ਼ਨਲ ਨੇ। ਜਿਵੇਂ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲక్ష్ਮੀ ਟੂਟ ਨਾ ਆਵੀ ਖਾਏ ਖਰਚ ਰਹੰਦਾ। ਸਭ ਕਹਿੰਦੇ ਵਿਦਿਆ ਵਿਚਾਰੀ ਤਾਂ ਇਹ ਉਦੋਂ ਹੈ ਜਦੋਂ ਸੱਚਮੁੱਚ ਅਸੀਂ ਪਰ ਉਪਕਾਰੀ ਬਣਾਂਗੇ। ਤੇ ਪਰ ਉਪਕਾਰ ਵੀ ਜਦੋਂ ਇਹਨੂੰ ਸੰਧੀ ਸੇਧ ਕਰਾਂਗੇ, ਪ੍ਰਥਮ ਕਾਰ ਜਿਹਦਾ ਸੰਬੰਧ ਸਾਡੇ ਸਰੀਰ ਨਾਲ ਹੈ, ਦੂਸਰਾ ਉਪਕਾਰ ਜਿਹਦਾ ਸੰਬੰਧ ਸਾਡੀ ਆਤਮਾ ਨਾਲ ਹੈ। ਜਿਵੇਂ ਸਰੀਰਕ ਤੌਰ ਤੇ ਅਸੀਂ ਕਿਰਤ ਕਰਦੇ ਹਾਂ, ਸਤਿਗੁਰਾਂ ਦਾ ਉਪਦੇਸ਼ ਹੈ ਕਿਰਤ ਕਰੋ, ਫਿਰ ਅੱਗੇ ਉਪਕਾਰ ਨਾਮ ਜਪੋ ਜਿਹਦਾ ਸਾਡੀ ਆਤਮਾ ਨਾਲ ਸੰਬੰਧ ਹੈ। ਤੇ ਤੀਸਰਾ ਹੈ ਪਰ ਉਪਕਾਰ ਜਿਹੜਾ ਆਪਣੇ ਸਰੀਰ ਦੇ ਭਲੇ ਤੇ ਆਤਮਾ ਦੇ ਭਲੇ ਤੋਂ ਵੀ ਜਾ ਕੇ ਦੂਜਿਆਂ ਦੇ ਭਲੇ ਲਈ ਕੀਤਾ ਜਾਂਦਾ ਹੈ। ਵਿਦਿਆ ਪੜ੍ਹਦੇ ਸਾਰੇ ਨੇ, ਪਰ ਵਿਦਿਆ ਵਿਚਾਰੀ ਉਹਨਾਂ ਨੇ ਹੈ ਜਿਨ੍ਹਾਂ ਨੇ ਵਿਦਿਆ ਪੜ੍ਹ ਕੇ ਸੱਚਮੁੱਚ ਸਰੀਰ ਦੇ ਵੀ ਭਲੇ ਲਈ, ਆਤਮਾ ਦੇ ਭਲੇ ਲਈ ਵੀ, ਤੇ ਇਸ ਤੋਂ ਉੱਪਰ ਉੱਠ ਕੇ ਦੂਜਿਆਂ ਦੇ ਭਲੇ ਵਾਸਤੇ ਉਹਨਾਂ ਨੇ ਕੰਮ ਕੀਤਾ। ਤੇ ਸਾਹਿਬ ਕਹਿੰਦੇ ਸੱਚਮੁੱਚ ਉਹਨਾਂ ਦਾ ਪੜ੍ਹਿਆ, ਉਹਨਾਂ ਦਾ ਵਿਚਾਰਿਆ ਕਿਸ ਗਿਣਤੀ ਵਿੱਚ ਹੈ।
ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਸ਼ਮੀਰ ਦੀ ਧਰਤੀ ਤੇ ਮਟਨ ਨਾਮੀ ਸਥਾਨ ਤੇ ਗਏ ਸਨ, ਤੇ ਉੱਥੇ ਬ੍ਰਹਮਦਾਸ, ਜਿਹਦੇ ਕੋਲ ਬਹੁਤ ਵਿਦਿਆ ਦਾ ਗਿਆਨ ਸੀ, ਤੇ ਗਰੀਬ ਨਵਾਜ ਨੇ ਇੱਕ ਨੁਕਤਾ ਸਮਝਾਇਆ ਸੀ, ਪੜ ਪੜ ਗੱਡੀ ਲੱਧੀਆਂ, ਪੜ ਪੜ ਭਰੀਆਂ ਸਾਥ, ਜਿਹੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਲੇਖੇ ਵਿੱਚ ਤਾਂ ਇੱਕੋ ਹੀ ਨੁਕਤਾ ਜਿਹੜਾ ਆਪਾਂ ਸਮਝਣਾ ਹੈ ਕਿ ਆਪਾਂ ਪਰ ਉਪਕਾਰੀ ਬਣਨਾ। ਜੇ ਇਹ ਨੁਕਤਾ ਨਹੀਂ ਸਮਝਿਆ, ਬਾਕੀ ਤੇ ਸਭ ਕੁਝ ਸਾਹਿਬ ਕਹਿੰਦੇ ਕੇਵਲ ਝੱਖਾਂ ਮਾਰਨੀਆਂ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਗਿਆਨ ਇੱਕ ਰੋਸ਼ਨੀ ਦੀ ਤਰ੍ਹਾਂ ਹੈ। ਜਿਵੇਂ ਰੋਸ਼ਨੀ ਸਾਡੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਦੂਰ ਕਰਦੀ ਹੈ, ਤੇ ਤੁਸੀਂ ਵਿਦਿਅਕ ਸੰਸਥਾਵਾਂ ਦੇ ਵਿੱਚ ਲਿਖਿਆ ਪੜ੍ਹਿਆ ਹੋਵੇਗਾ ਕਿ ਫੈਲੇ ਵਿਦਿਆ ਚਾਨਣ ਹੋਏ। ਜਿਵੇਂ ਜਿਵੇਂ ਵਿਦਿਆ, ਜਿਵੇਂ ਜਿਵੇਂ ਗਿਆਨ ਸਾਡੀ ਜ਼ਿੰਦਗੀ ਵਿੱਚ ਆਉਂਦਾ, ਸਾਡੀ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋਈ ਜਾਂਦਾ ਹੈ। ਗਰੀਬ ਨਵਾਜ ਨੇ ਜਿਹੜੇ ਬਚਨ ਕਹੇ ਨੇ ਕਿ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਪੜ੍ਹਿਆਂ ਦੇ ਕੋਲ ਬੈਠਾਂਗੇ, ਚਾਹੇ ਉਹ ਦੁਨਿਆਵੀ ਪੜ੍ਹਾਈ ਹੈ, ਆਤਮਿਕ ਪੜ੍ਹਾਈ ਹੈ, ਚਾਹੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਕਲਾ ਹੈ, ਕੋਈ ਗੁਣ ਹੈ, ਮੇਰੇ ਸਤਿਗੁਰੂ ਜੀ ਇੰਨੇ ਕਦਰਦਾਨ ਨੇ। ਸਾਹਿਬ ਦੇ ਬਚਨ ਨੇ ਪਾਵਨ ਬਾਣੀ ਵਿੱਚ ਗੁਣਵੰਤਿਆਂ ਪਾਸ਼ਾਰ, ਜਿੱਥੇ ਇਹ ਬਚਨ ਕਹੇ ਗਏ ਨੇ ਕਿ ਇਹ ਪ੍ਰਭੂ ਅਸੀਂ ਤੇਰੇ ਗੁਰਮੁਖਾਂ ਪਿਆਰਿਆਂ ਦੇ ਚਰਨਾਂ ਦੀ ਧੂੜ, ਉੱਥੇ ਸਪਸ਼ਟ ਕੀਤਾ ਜਿਹੜੇ ਗੁਣਵਾਨ ਨੇ, ਕਲਾਵਾਨ ਨੇ, ਜਿਨ੍ਹਾਂ ਕੋਲ ਕੋਈ ਹੁਨਰ ਹੈ, ਸਾਹਿਬ ਕਹਿੰਦੇ ਸਦਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਔਰ ਸੱਚ ਹੈ ਕਿ ਜਿਵੇਂ ਜਿਵੇਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗੁਣ ਆਉਣਗੇ, ਜਿਵੇਂ ਜਿਵੇਂ ਇਹਦੀ ਜ਼ਿੰਦਗੀ ਦੇ ਵਿੱਚ ਸਦਾਚਾਰ, ਨੈਤਿਕ ਕਦਰਾਂ ਕੀਮਤਾਂ ਦਾ ਵਾਧਾ ਹੋਵੇਗਾ, ਜਿਵੇਂ ਦੁਨਿਆਵੀ ਤੌਰ ਤੇ ਇੱਕ ਛੋਟਾ ਜਿਹਾ ਬੱਚਾ ਵਿਦਿਆ ਪੜ੍ਹ ਕੇ ਇੱਕ ਦਿਨ ਬਹੁਤ ਵੱਡੀ ਡਿਗਰੀ ਪ੍ਰਾਪਤ ਕਰਦਾ ਹੈ, ਜਦੋਂ ਆਪਾਂ ਸਿੱਖੀ ਦਾ ਖੇਤਰ ਵੇਖਦੇ ਹਾਂ ਤੇ ਸੱਚਮੁੱਚ ਸਿੱਖੀ ਦੀ ਪੜ੍ਹਾਈ ਦਾਨੇ ਤੋਂ ਲੈ ਕੇ ਮਰਦਾਨੇ ਤੱਕ ਹੈ। ਮਰਦਾਨਾ ਇੱਕ ਡਿਗਰੀ ਹੈ ਜਿਹੜੀ ਗੁਰੂ ਵੱਲੋਂ ਮਿਲਦੀ ਹੈ। ਸੱਚਮੁੱਚ ਜਿਹੜਾ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਉਹਦਾ ਸਫ਼ਰ ਦਾਨੇ ਤੋਂ ਲੈ ਕੇ ਮਰਦਾਨੇ ਤੱਕ ਹੋ ਜਾਂਦਾ ਹੈ। ਜਿਵੇਂ ਆਪਾਂ ਕਹੀਏ ਵੀ LKG ਤੋਂ ਲੈ ਕੇ PhD ਕਰ ਲਈ। ਸਿੱਖੀ ਦਾ ਸਫ਼ਰ ਅਸਲ ਦੇ ਵਿੱਚ ਮਾਧੋ ਦਾਸ ਬੈਰਾਗੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਹੈ। ਜਿਹੜਾ ਅੰਦਰ ਦਾ ਵੈਰਾਗ ਸੀ ਉਹ ਬਹਾਦਰੀ ਦੀ ਡਿਗਰੀ ਤੱਕ ਚਲਿਆ ਗਿਆ। ਤੇ ਇਹ ਸਿੱਖੀ ਦਾ ਸਫ਼ਰ ਅਸਲ ਦੇ ਵਿੱਚ ਬਾਲਕ ਗੁੜਾ 12 ਸਾਲ ਦੀ ਉਮਰ ਤੇ ਕੱਥੂ ਨੰਗਲ ਦੇ ਇਲਾਕੇ ਵਿੱਚ ਪ੍ਰਗਟ ਹੋਇਆ, ਮੱਝਾਂ ਚਾਰਨ ਵਾਲਾ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਦਾ ਹੈ ਤੇ ਸਤਿਗੁਰਾਂ ਨੇ ਉਹਨੂੰ ਬਾਬਾ ਬੁੱਢਾ ਹੋਣ ਦਾ ਖਿਤਾਬ ਦਿੱਤਾ। 12 ਸਾਲ ਦੀ ਉਮਰ ਵਿੱਚ ਇਹ ਸਿਖਰ ਦੀ ਡਿਗਰੀ ਸੀ ਕਿ 12 ਸਾਲ ਦਾ ਬੱਚਾ ਬਜ਼ੁਰਗ ਹੈ, ਉਹਦੇ ਅੰਦਰ ਦੀ ਸੋਚ ਇੰਨੀ ਡਿਵੈਲਪ ਹੋ ਗਈ ਹੈ ਕਿ ਅੱਜ ਜਦੋਂ ਅਸੀਂ 70 80 ਸਾਲ ਦੇ ਬਜ਼ੁਰਗਾਂ ਵੱਲ ਵੇਖਦੇ ਹਾਂ ਤੇ ਅਜੇ ਵੀ ਉਹ ਨਿਆਣਿਆਂ ਵਾਲੀਆਂ, ਬੱਚਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਨੇ ਵੀ ਹੋਰ ਪੀ ਲਈਏ, ਹੋਰ ਜੀ ਲਈਏ, ਹੁਣ ਗਾਂ ਜਾ ਕੇ ਸ਼ੁਭ ਗੁਣ ਧਾਰਨ ਕਰਾਂਗੇ। ਤੇ ਸੱਚਮੁੱਚ ਜਦੋਂ ਸਾਡੇ ਬੱਚੇ ਸਾਡੇ ਬਜ਼ੁਰਗਾਂ ਵੱਲ ਵੇਖਦੇ ਨੇ, ਉਹ ਕਹਿੰਦੇ ਨੇ ਵੀ ਜੇ ਅਜੇ ਤੱਕ ਤੁਸੀਂ ਨਹੀਂ ਸੁਧਰੇ ਤੇ ਫਿਰ ਸਾਨੂੰ ਤੁਸੀਂ ਕੀ ਸਿੱਖਿਆ ਦੇਵੋਗੇ। ਪਰ ਜਦੋਂ ਗੁਰੂ ਦਾ ਗਿਆਨ, ਗੁਰੂ ਦੀ ਵਿਦਿਆ ਆਤਮਿਕ ਤੌਰ ਤੇ ਪ੍ਰਾਪਤ ਹੋਵੇ ਤੇ 12 ਸਾਲ ਦੇ ਬੱਚੇ ਨੂੰ ਵੀ ਇਹ ਡਿਗਰੀ ਦਿੱਤੀ ਜਾ ਸਕਦੀ ਹੈ ਕਿ ਤੂੰ ਬਾਬਾ ਬੁੱਢਾ ਹੈ। ਤੇ ਬਾਬੇ ਬੁੱਢੇ ਦਾ ਭਾਵ ਇਹ ਨਹੀਂ ਵੀ ਕੇਸ ਚਿੱਟੇ ਹੋ ਗਏ ਜਾਂ ਸਰੀਰ ਬੁੱਢਿਆਂ ਵਾਲਾ ਹੋ ਗਿਆ, ਹੈ ਉਹ 12 ਸਾਲ ਦਾ ਹੀ ਬੱਚਾ। ਪਰ ਜਦੋਂ ਸੱਚਮੁੱਚ ਗੁਰੂ ਦੀ ਸਿੱਖਿਆ ਦਾ ਪਾਤਰ ਬਣਿਆ ਤੇ ਗਰੀਬ ਨਵਾਜ ਨੇ ਉਹਨਾਂ ਨੂੰ ਬਾਬਾ ਬੁੱਢਾ ਹੋਣ ਦਾ ਖਿਤਾਬ ਦਿੱਤਾ ਕਿ 12 ਸਾਲ ਦੇ ਬੱਚੇ ਵਿੱਚ ਬਜ਼ੁਰਗਾਂ ਵਰਗੀ ਸੋਚ ਹੈ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਕੁੱਲ ਉਮਰ 8 ਸਾਲ ਦੀ ਹੈ। ਤੇ ਸੱਚਮੁੱਚ ਜਦੋਂ ਗੁਰੂ ਦੀ ਸਿੱਖਿਆ ਅੰਦਰ ਪਨਪਦੀ ਹੈ ਤੇ 8 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਬਾਲਾ ਪ੍ਰੀਤਮ ਹੁੰਦਿਆਂ ਐਸੇ ਅਨੂਠੇ ਢੰਗ ਨਾਲ ਸਿੱਖ ਜਗਤ ਦੀ ਅਗਵਾਈ ਕੀਤੀ ਕਿ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੇਖ ਕੇ ਵੀ ਦੰਗ ਰਹਿ ਗਏ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ 550 ਸਾਲਾ ਆ ਰਿਹਾ, ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਨੇ ਗੁਰੂ ਦੇ ਪਰਉਪਕਾਰ, ਗੁਰੂ ਦਾ ਸੁਭਾਅ
ਤਿੰਨ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਤੇ ਮੇਰਾ ਚਿੱਤ ਕਰਦਾ ਮੈਂ ਅੱਜ ਉਹ ਕਵਿਤ ਆਪ ਜੀ ਨਾਲ ਸਾਂਝਾ ਕਰਾਂ। ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਗੁਰੂ ਦਾ ਪਹਿਲਾ ਸੁਭਾਅ ਹੈ ਮਾਂ ਵਰਗਾ, ਜਿਵੇਂ ਮਾਂ ਬੱਚਿਆਂ ਦੇ ਪ੍ਰਤੀ ਸੁਹਿਰਦ ਹੁੰਦੀ ਹੈ। ਗੁਰੂ ਦਾ ਦੂਸਰਾ ਸੁਭਾਅ ਹੈ ਇੱਕ ਡਾਕਟਰ ਵੈਦ ਵਰਗਾ, ਜਿਵੇਂ ਉਹ ਰੋਗੀ ਦੇ ਪ੍ਰਤੀ ਸੁਹਿਰਦ ਹੈ। ਤੇ ਤੀਸਰਾ ਗੁਰੂ ਦਾ ਸੁਭਾਅ ਹੈ ਅਧਿਆਪਕ ਵਰਗਾ, ਜਿਹੜਾ ਬੱਚਿਆਂ ਦੇ ਪ੍ਰਤੀ ਸੁਹਿਰਦ ਹੈ, ਜਿਹੜਾ ਕਦੇ ਬੱਚਿਆਂ ਦੀ ਜਾਤ ਪਾਤ, ਇਲਾਕਾਵਾਦ ਜਾਂ ਬੱਚਿਆਂ ਦੀ ਰੰਗ ਨਸਲ ਨਹੀਂ ਵਿਚਾਰਦਾ। ਉਹਦਾ ਇੱਕੋ ਹੀ ਕਰਮ ਹੁੰਦਾ ਹੈ ਕਿ ਜਿਹੜੇ ਬੱਚੇ ਆਉਂਦੇ ਨੇ, ਅਧਿਆਪਕ ਨੇ ਉਹਨਾਂ ਨੂੰ ਵਿਦਿਆ ਦਾ ਗਿਆਨ ਦੇ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਨੂੰ, ਅਵਿਦਿਆ ਨੂੰ ਦੂਰ ਕਰਨਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਬਿਲਕੁਲ ਸਤਿਗੁਰੂ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਉਹਨਾਂ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਦਾ ਸੁਭਾਅ ਮਾਂ ਵਰਗਾ ਹੈ, ਜਿਵੇਂ ਮਾਂ ਬੱਚੇ ਦੇ ਔਗਣ ਤੱਕਦੀ ਹੈ। ਜਦੋਂ ਅਸੀਂ ਬਚਪਨ ਅਵਸਥਾ ਵਿੱਚ ਸੀ ਨਾ, ਤੇ ਅਸੀਂ ਹਰ ਪਹਿਲੂ ਨੂੰ ਖੇਡ ਸਮਝਦੇ ਸਾਂ। ਇੱਥੇ ਤੱਕ ਕਿ ਸਤਿਗੁਰਾਂ ਨੇ ਜਿਹੜੀਆਂ ਪਾਵਨ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮਿਲੈ। ਜੇ ਘਰ ਦੇ ਵਿਹੜੇ ਵਿੱਚ ਅੱਗ ਬਲਦੀ ਹੋਵੇ ਤੇ ਬੱਚੇ ਅੱਗ ਨਾਲ ਵੀ ਖੇਡਣ ਦਾ ਯਤਨ ਕਰਦੇ ਨੇ। ਜੇ ਘਰ ਦੇ ਵਿਹੜੇ ਵਿੱਚ ਕਿਤੇ ਜ਼ਹਿਰੀਲਾ ਸੱਪ ਨਿਕਲ ਆਵੇ ਤੇ ਬੱਚੇ ਕਈ ਵਾਰ ਜਾ ਕੇ ਸੱਪ ਨੂੰ ਵੀ ਹੱਥ ਵਿੱਚ ਫੜਨ ਦਾ ਯਤਨ ਕਰਦੇ। ਹੁਣ ਬੱਚਾ ਚੰਚਲ ਮਤ ਵਾਲਾ ਹੈ, ਬੱਚੇ ਦੀ ਚੰਚਲ ਮਤ ਵੇਖੋ ਉਹਨੂੰ ਖਤਰਿਆਂ ਵੱਲ ਪ੍ਰੇਰਦੀ ਹੈ। ਉਹ ਅੱਗ ਨਾਲ ਵੀ ਖੇਡਦਾ ਤੇ ਉਹ ਸੱਪ ਨਾਲ ਵੀ ਖੇਡਣ ਦਾ ਯਤਨ ਕਰਦਾ। ਪਰ ਦੂਰ ਖੜੋਤੀ ਮਾਂ ਵੇਖਦੀ ਹੈ ਕਿ ਬੱਚਾ ਖਤਰਿਆਂ ਵੱਲ ਜਾ ਰਿਹਾ, ਉਹ ਉੱਚੀ ਉੱਚੀ ਪੁਕਾਰ ਕੇ ਉਹਨੂੰ ਝਿੜਕਦੀ ਨਹੀਂ, ਬਲਕਿ ਪਿਆਰ ਦੇ ਨਾਲ ਉਸ ਬੱਚੇ ਨੂੰ ਆਪਣੇ ਵੱਲ ਬੁਲਾਉਂਦੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਪੁਚਕਾਰ ਪੁਚਕਾਰ ਕੇ, ਜਦੋਂ ਫੁਸਲਾ ਫੁਸਲਾ ਕੇ ਕਹਿੰਦੀ ਹੈ ਆ ਮੇਰੀ ਧੀ, ਆ ਮੇਰਾ ਪੁੱਤ, ਜਦੋਂ ਬੱਚੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਤੇ ਬੱਚਾ ਅੱਗ ਤੋਂ, ਸੱਪ ਤੋਂ, ਖਤਰਿਆਂ ਤੋਂ ਬਚ ਕੇ ਜਦੋਂ ਮਾਂ ਵੱਲ ਆਉਂਦਾ ਹੈ ਤੇ ਉਹ ਮਾਂ ਝਿੜਕਦੀ ਨਹੀਂ, ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ। ਤੇ ਗੁਰੂ ਦਾ ਸੁਭਾਅ ਬਿਲਕੁਲ ਇਹੋ ਜਿਹਾ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਕਰ ਗਹਿਤ ਸਰਪ ਸੁਤ ਪੇਖ ਮਾਤਾ, ਕਹੇ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਮਾਂ ਵਾਂਗ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਧਿਆਨ ਧਰਦੇ ਨੇ ਤੇ ਸਮੁੱਚੇ ਸੰਸਾਰ ਦੇ ਜੀਵ ਉਹਨਾਂ ਨੂੰ ਬੱਚੇ ਨਜ਼ਰ ਆਉਂਦੇ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਹੇ ਮੇਰੇ ਮਾਲਕ, ਜੇ ਤੂੰ ਸਾਹਿਬ ਆਵੈ ਰੋ ਤੂੰ ਉਹਨਾਂ ਕਾ ਤੇਰੇ ਓ। ਇਹ ਸੰਸਾਰ ਦੇ ਜੀਵ ਰੂਪੀ ਬੱਚੇ ਤੁਹਾਡੇ ਨੇ ਤੇ ਤੁਸੀਂ ਇਹਨਾਂ ਦੇ ਮਾਤਾ ਪਿਤਾ ਹੋ। ਜੇ ਇਹਨਾਂ ਵੱਲ ਵੇਖ ਕੇ ਤੁਹਾਡੇ ਮਨ ਵਿੱਚ ਕਿਤੇ ਰੋਹ, ਕਿਤੇ ਗੁੱਸਾ ਆ ਵੀ ਜਾਵੇ ਤੇ ਉਹ ਇਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਇੱਕ ਮਾਤਾ ਪਿਤਾ ਦੇ ਮਨ ਵਿੱਚ ਬੱਚਿਆਂ ਦੇ ਪ੍ਰਤੀ ਰੋਸ ਹੁੰਦਾ ਹੈ, ਪਰ ਉਹ ਰੋਸ ਅਸੀਂ ਵੇਖਦੇ ਹਾਂ ਪਿਆਰ ਵਾਲਾ ਹੁੰਦਾ ਹੈ। ਮੇਰੇ ਸਤਿਗੁਰੂ ਜੀ ਨੇ ਜਦੋਂ ਵੇਖਿਆ ਅਨੇਕਾਂ ਠੱਗ ਜਿਹੜੇ ਸੱਜਣ ਹੋਣ ਦਾ ਦਾਵਾ ਕਰਦੇ ਸਨ, ਐਸੇ ਬੱਚੇ ਕੁਰਾਏ ਪਏ ਸਨ। ਅਨੇਕਾਂ ਭੂਮੀਏ ਚੋਰ ਵਰਗੇ, ਕੰਧਾਰੀ ਵਰਗੇ ਵਲੀ, ਹਮਜਾ ਗੌਸ ਵਰਗੇ ਪੀਰ, ਨੂਰਸ਼ਾ ਵਰਗੀਆਂ ਜਾਦੂਗਰਨੀਆਂ, ਕੌਡੇ ਵਰਗੇ ਰਾਖਸ਼ ਮੇਰੇ ਸਤਿਗੁਰੂ ਨੂੰ ਬੱਚਿਆਂ ਦੀ ਤਰ੍ਹਾਂ ਨਜ਼ਰ ਆਏ ਤੇ ਇੱਕ ਮਾਂ ਦੀ ਤਰ੍ਹਾਂ ਤੁਰ ਪਏ। ਉਹਨਾਂ ਨੂੰ ਖਤਰਿਆਂ ਤੋਂ ਬਚਾ ਕੇ ਆਪਣੀ ਛਾਤੀ ਨਾਲ ਲਾਉਣ ਵਾਸਤੇ ਸੱਜਣ ਠੱਗ ਦੀ ਹਵੇਲੀ ਵਿੱਚ ਖੜੋ ਕੇ ਉਹਨੂੰ ਆਪਣੇ ਵੱਲ ਬੁਲਾਇਆ ਤੇ ਬੁਲਾ ਕੇ ਕਹਿੰਦੇ ਸੱਜਣਾ ਇੱਕ ਗੱਲ ਦੱਸ ਵੀ ਕਦੇ ਠੱਗ ਸੱਜਣ ਹੁੰਦਾ? ਕਹਿਣ ਲੱਗਾ ਜੀ ਨਹੀਂ। ਤੇ ਸਾਹਿਬ ਕਹਿਣ ਲੱਗੇ ਵੀ ਕੰਮ ਤਾਂ ਤੇਰੇ ਠੱਗੀਆਂ ਵਾਲੇ ਨੇ ਤੇ ਤੂੰ ਆਪਣੇ ਆਪ ਨੂੰ ਸੱਜਣ ਕਿਵੇਂ ਅਖਵਾਉਣਾ? ਜਦੋਂ ਭੂਮੀਏ ਚੋਰ ਕੋਲ ਗਏ ਤੇ ਕਹਿਣ ਲੱਗੇ ਇੱਕ ਗੱਲ ਦੱਸ ਵੀ ਕਦੇ ਚੋਰ ਦਾ ਕੋਈ ਸਨਮਾਨ ਕਰਦਾ? ਚੋਰ ਨੂੰ ਕੋਈ ਚੰਗਾ ਕਹਿੰਦਾ? ਜੇ ਮਾਤਾ ਪਿਤਾ ਵੀ ਵੇਖ ਲੈਣ ਵੀ ਬੱਚਾ ਚੋਰੀ ਕਰਦਾ ਤੇ ਮਾਤਾ ਪਿਤਾ ਵੀ ਬੱਚੇ ਨੂੰ ਚੰਗਾ ਨਹੀਂ ਕਹਿੰਦੇ। ਭੂਮੀਏ ਚੋਰ ਨੂੰ ਇੱਕੋ ਗੱਲ ਕਹੀ ਸੀ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਨੂਰਸ਼ਾ ਜਾਦੂਗਰਨੀ ਨੂੰ ਕਿਹਾ ਸੀ ਧੀਏ ਆ ਮਨੁੱਖਾ ਜੀਵਨ ਤਾਂ ਆਪਣਾ ਵਿਗਾੜ ਕੇ ਦੂਜਿਆਂ ਦਾ ਭਲਾ ਕਰਨ ਵਾਸਤੇ ਮਿਲਿਆ ਸੀ ਤੇ ਤੂੰ ਜਾਦੂ ਟੂਣਿਆਂ ਦੇ ਰਸਤੇ ਤੁਰ ਕੇ ਦੂਜਿਆਂ ਦਾ ਵਿਗਾੜ ਕੇ ਆਪਣਾ ਭਲਾ ਕਰਨਾ ਚਾਹੁੰਦੀ ਆ, ਤੇਰਾ ਕਿੱਥੇ ਭਲਾ ਹੋਵੇਗਾ। ਬਸ ਇੰਨਾ ਸੁਣਨ ਦੀ ਦੇਰ ਸੀ, ਨੂਰਸ਼ਾ ਜਾਦੂਗਰਨੀ ਜਾਦੂ ਟੂਣੇ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਤੁਰ ਪਈ। ਜਦੋਂ ਰਾਏ ਭੋਏ ਦੀ ਤਲਵੰਡੀ
ਕਿਉਂਕਿ ਦਾਸ ਨੂੰ 2 ਵਾਰ ਸਮਾਂ ਪ੍ਰਾਪਤ ਹੋਇਆ, ਇੱਕ ਵਾਰ 2012 ਦੇ ਵਿੱਚ ਤੇ ਇੱਕ ਹੁਣ, ਜਦੋਂ 550 ਸਾਲਾਂ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੇ ਜਨਮ ਸਥਾਨ ਪ੍ਰਕਾਸ਼ ਸਥਾਨ ਸ੍ਰੀ ਨਨਕਾਣਾ ਸਾਹਿਬ, ਜਿਹਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉੱਥੋਂ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਅੰਤਰਰਾਸ਼ਟਰੀ, ਉਹਦੀ ਆਰੰਭਤਾ ਵੇਲੇ ਉੱਥੇ ਕਥਾ ਵਿਚਾਰ ਕਰਨ ਦਾ, ਆਰੰਭ ਵੇਲੇ ਸ਼ਾਮਲ ਹੋਣ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਤੇ ਅਸੀਂ ਤੁਰ ਫਿਰ ਕੇ ਨਨਕਾਣਾ ਸਾਹਿਬ ਦੀਆਂ ਗਲੀਆਂ ਵਿੱਚ ਗਏ ਸਾਂ। ਵੇਖਿਆ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ 1469 ਨੂੰ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਅਨੇਕਾਂ ਆਉਂਦੇ ਹੋਣਗੇ ਤੇ ਜਿਨ੍ਹਾਂ ਨੂੰ ਸਮਝ ਆਉਂਦੀ ਗਈ ਉਹ ਸੱਚਮੁੱਚ ਸਿਆਣੇ ਬਣਦੇ ਗਏ। ਕਵੀ ਸੰਤੋਖ ਸਿੰਘ ਹੋਰਾਂ ਨੇ ਲਿਖਿਆ, ਕਹਿਣ ਲੱਗੇ ਤ੍ਰਿਪਤਾ ਨੇ ਜਾਣਿਓ ਸੁੱਤ, ਕਾਲੂ ਨੇ ਜਾਣਿਓ ਪੁੱਤ, ਲਾਲੂ ਨੇ ਭਤੀਜਾ, ਮੂਲੇ ਜਾਣਿਓ ਸੋ ਜਵਾਈ ਹੈ। ਚੰਦੋ ਰਾਣੀ ਸੰਬੰਧੀ ਜੈ ਰਾਮ, ਸਾਲੇ ਕਰ ਮੂਰਖੋਂ ਨੇ ਜਾਣਿਓ ਕਿ ਨਾਨਕ ਕੁਰਾਈ ਹੈ। ਸ਼੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ, ਨਾਨਕੀ ਨੇ ਜਾਣਿਓ ਰਾਮ ਰੂਪ ਮੇਰੋ ਭਾਈ ਹੈ। ਸ਼੍ਰੀ ਗੁਰੂ ਅੰਗਦ ਨੇ ਜਾਣਿਓ ਅਕਾਲ ਰੂਪ, ਰਾਏ ਜੀ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਜੇ ਰਾਏ ਬੁਲਾਰ ਖਾਨ ਵਰਗਾ ਰਾਜਾ ਉਹ ਵੀ ਸਮਝਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਉਹਨੂੰ ਸਮਝ ਆਉਂਦੀ ਹੈ ਕਿ ਮੇਰੀ ਨਗਰੀ ਮੇਰਾ ਰਾਜ ਭਾਗ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਚੱਲਦਾ ਹੈ, ਤੇ ਸੱਚਮੁੱਚ ਉਹਦੇ ਅੰਦਰੋਂ ਜਦੋਂ ਅਗਿਆਨਤਾ ਦੂਰ ਹੁੰਦੀ ਹੈ, ਗਿਆਨ ਪ੍ਰਾਪਤ ਹੁੰਦਾ ਹੈ। ਅੱਜ ਸਾਡੀ ਅਗਿਆਨਤਾ ਹੀ ਹੈ ਨਾ, ਅਸੀਂ ਕਈ ਵਾਰ ਗੁਰੂ ਘਰ ਆ ਕੇ ਵੀ ਆਪਣੇ ਆਪ ਨੂੰ ਅੱਗੇ ਤੇ ਗੁਰੂ ਨੂੰ ਮਨਫੀ ਕਰਨਾ ਚਾਹੁੰਦੇ ਆ, ਪਰ ਜਦੋਂ ਰਾਏ ਬੁਲਾਰ ਵਰਗਾ ਰਾਜਾ ਵੀ ਗੁਰੂ ਦੇ ਗਿਆਨ ਦੀ ਵਿਦਿਆ ਹਾਸਲ ਕਰਕੇ ਸਿਆਣਾ ਹੋ ਜਾਂਦਾ ਹੈ, ਤੇ ਉਹਨੂੰ ਸਮਝ ਆਉਂਦੀ ਹੈ ਕਿ ਇਹ ਨਗਰੀ ਅੱਜ ਤੋਂ ਬਾਅਦ ਮੇਰੇ ਪਿਤਾ ਰਾਏ ਭੋਏ ਦੇ ਨਾਮ ਤੇ ਨਹੀਂ, ਮੇਰੇ ਗੁਰੂ ਦੇ ਨਾਮ ਤੇ ਹੋਵੇਗੀ। ਜਿਹੜੀ ਨਗਰੀ ਰਾਏ ਭੋਏ ਦੀ ਤਲਵੰਡੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋ ਗਈ। ਨਨਕਾਣਾ ਸਾਹਿਬ ਸਿੱਖੀ ਦੀ ਪੜ੍ਹਾਈ ਸੱਚਮੁੱਚ ਰਾਏ ਭੋਏ ਦੀ ਤਲਵੰਡੀ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਦੀ ਤਬਦੀਲੀ ਦੀ ਪੜ੍ਹਾਈ ਹੈ। ਜਦੋਂ ਸਾਡੇ ਅੰਦਰੋਂ ਆਪਣਾਪਨ ਮਨਫੀ ਹੋ ਕੇ ਸਾਡੇ ਅੰਦਰ ਗੁਰੂ ਦੀ ਸੋਚ ਪਨਪੇਗੀ ਤੇ ਸੱਚਮੁੱਚ ਸਾਨੂੰ ਸਮਝ ਆਵੇਗੀ। ਤੇ ਜਿਨ੍ਹਾਂ ਨੂੰ ਸਮਝ ਨਹੀਂ ਆਈ, ਕਵੀ ਜੀ ਕਹਿੰਦੇ ਨੇ ਮੂਰਖੋਂ ਨੇ ਜਾਣਿਓ ਕਿ ਨਾਨਕ ਕੁਰਾਈ ਹੈ। ਜਿਹੜਾ ਬੱਚਾ ਪੜ੍ਹਨਾ ਨਾ ਚਾਹੁੰਦਾ ਹੋਵੇ, ਖਿਮਾ ਕਰਨਾ, ਉਹਨੂੰ ਪੜ੍ਹਿਆ ਲਿਖਿਆ ਸਿਆਣਾ ਡਾਕਟਰ ਵੀ ਉਹਦੇ ਨਾਲ ਲੱਗਾ ਹੋਵੇ, ਅਧਿਆਪਕ, ਟੀਚਰ, ਪ੍ਰੋਫੈਸਰ, ਤੇ ਉਹ ਉਹਨੂੰ ਇੰਜ ਹੀ ਲੱਗਦਾ ਵੀ ਜਿਵੇਂ ਇਹ ਐਵੇਂ ਹੀ ਹੈ। ਮੇਰੇ ਗੁਰੂ ਨਾਨਕ ਸਾਹਿਬ ਜੀ ਸਮੁੱਚੇ ਜਗਤ ਨੂੰ ਤਾਰਨ ਵਾਸਤੇ ਆਏ, ਪਰ ਮੂਰਖਾਂ ਨੇ ਇਹ ਸਮਝਿਆ ਕਿ ਗੁਰੂ ਨਾਨਕ ਜੀ ਬਿਤਾਲੇ ਨੇ, ਕੁਰਾਈਏ ਨੇ। ਪਰ ਮੇਰੇ ਸਤਿਗੁਰੂ ਦਾ ਇੰਨਾ ਵਿਸ਼ਾਲ ਹਿਰਦਾ ਸੀ ਕਿ ਜਿਵੇਂ ਸ਼ਰਾਰਤੀ ਬੱਚੇ, ਮੂਰਖ ਬੱਚੇ ਜਿਹੜੇ ਨੇ ਉਹ ਅਧਿਆਪਕਾਂ ਤੇ ਵੀ ਕਟਾਸ ਕਰਦੇ ਨੇ, ਪਰ ਅਧਿਆਪਕ ਸਭ ਕੁਝ ਸਹਾਰ ਲੈਂਦਾ ਹੈ। ਸਾਹਿਬ ਨੇ ਕਿਹਾ, ਕਿਸੇ ਨੇ ਕਿਹਾ, ਕੋਈ ਆਖੈ ਭੂਤਨਾ ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਇੱਕ ਕਲਾਸ ਵਿੱਚ ਤਾਂ 50, 100 ਜਾਂ 500 ਸਟੂਡੈਂਟ ਹੁੰਦੇ ਨੇ, ਤੇ ਕਈ ਵਾਰ ਅਧਿਆਪਕ ਦੇ ਭਾਅ ਦੀ ਬਣ ਜਾਂਦੀ ਹੈ। ਤੇ ਮੇਰੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸਾਰਾ ਸੰਸਾਰ ਸੀ। ਗੁਰੂ ਨਾਨਕ ਸਾਹਿਬ ਜੀ ਜਦੋਂ ਵੇਖਿਆ, ਬਾਬਾ ਦੇਖਿਆ ਧਿਆਨ ਤਰ ਜਲਤੀ ਸਾ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਗਰੀਬ ਨਵਾਜ ਨੇ ਇੱਕ ਮਾਂ ਦੀ ਤਰ੍ਹਾਂ ਮਨੁੱਖਤਾ ਦੇ ਦਰਦ ਨੂੰ ਪਹਿਚਾਨਿਆ। ਜਦੋਂ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਸਤਿਗੁਰੂ ਜੀ ਬੱਚਿਆਂ ਦੇ ਨਾਲ ਖੇਡਦੇ, ਅਵਸਥਾ ਭਾਵੇਂ ਕਿਸ਼ੋਰ ਸੀ, ਬਾਲਕਾਂ ਵਾਲੀ ਸੀ, ਪਰ ਸਤਿਗੁਰੂ ਜੀ ਇੱਕ ਮਾਤਾ ਪਿਤਾ ਵਾਂਗ ਦੂਜਿਆਂ ਬੱਚਿਆਂ ਨੂੰ ਵੇਖਦੇ। ਜਦੋਂ ਖੇਡਦਿਆਂ ਬੱਚਿਆਂ ਨੂੰ ਸਮਝਾਉਂਦੇ, ਬੱਚਿਓ ਖੇਡ ਵਿੱਚ ਵੈਲਿਊ ਜਿੱਤ ਤੇ ਹਾਰ ਦੀ ਹੈ। ਸੱਚਮੁੱਚ ਮਨੁੱਖਾ ਜੀਵਨ ਵੀ ਇੱਕ ਖੇਡ ਜੇ। 84 ਲੱਖ ਜੂਨਾ ਜਾਂ ਬਹੁਤ ਜਨਮ ਵਿਸ਼ਰੇ ਥੇ ਮਾਦੋ, ਕਈ ਜਨਮ ਪਏ ਕੀਟ ਪਤੰਗਾ, ਜਾਂ ਹਉ ਆਇਆ ਦੂਰੋਂ ਚੱਲ ਕੇ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਮੋਂ ਹਮ ਆਏ। ਜਿਹੜਾ ਸਫ਼ਰ ਅਸੀਂ ਸ਼ੁਰੂ ਕੀਤਾ, ਸ਼ਾਹੋਂ ਵਿਛੜਿਆ ਵਣਜਾਰਾ, ਰੱਬ ਤੋਂ ਵਿਛੜ ਕੇ ਜਦੋਂ ਦੇ ਆਪਾਂ ਜੂਨਾਂ ਵਿੱਚ ਪਏ ਆ, ਤੇ ਵੱਖ-ਵੱਖ ਜੂਨਾਂ ਦੇ ਵਿੱਚ ਖੇਡਦੇ ਆ। ਮਨੁੱਖਾ ਜੀਵਨ ਹੁਣ ਫਾਈਨਲ ਹੈ, ਤੇ ਬੜੇ ਖਿਆਲ ਨਾਲ ਖੇਡਿਓ। ਕਿਤੇ ਇਹ ਨਾ ਹੋਇਓ ਕਿ ਖਿਡਾਰੀ
ਫਾਈਨਲ ਤੱਕ ਪਹੁੰਚ ਕੇ ਫਿਰ ਨਸ਼ੇ ਵਿੱਚ ਧੁੱਤ ਹੋ ਜਾਵੇ ਜਾਂ ਸੁੱਤਾ ਰਵੇ ਜਾਂ ਅਵੇਸਲਾ ਹੋਵੇ। ਸਭ ਕਹਿੰਦੇ ਆ ਮਨੁੱਖਾ ਜੀਵਨ ਸਿਖਰ ਜੇ। ਇਹ ਹੁਣ ਫਾਈਨਲ ਦੀ ਗੇਮ ਹੈ ਤੇ ਇਹਨੂੰ ਐਸੇ ਢੰਗ ਨਾਲ ਖੇਡਿਓ ਵੀ ਕਿਤੇ ਹਾਰ ਨਾ ਜਾਇਓ। ਜੇ ਹਾਰ ਗਏ ਤੇ ਸੱਚਮੁੱਚ ਹਾਰੇ ਦਾ ਕੋਈ ਸਤਿਕਾਰ ਨਹੀਂ। ਸਾਹਿਬ ਨੇ ਬਚਨ ਕਹੇ ਸਨ, ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹਿ ਗਿਆ ਹਾਰੀਐ। ਤੇ ਜੇ ਬੱਚਿਆਂ ਨੇ ਪੁੱਛਿਆ ਜੀਵਨ ਦੀ ਖੇਡ ਜਿੱਤੀਏ ਕਿਵੇਂ, ਸਾਹਿਬ ਕਹਿੰਦੇ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਮਨ ਜੀਤੈ ਜਗ ਜੀਤ। ਜਿਨੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਈ, ਸੱਚਮੁੱਚ ਉਹ ਇੱਕ ਦਿਨ ਜਗਤ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਜਦੋਂ ਇੱਥੋਂ ਜਿੱਤ ਕੇ ਜਾਂਦਾ ਹੈ ਤੇ ਸੱਚਮੁੱਚ ਜਿਵੇਂ ਸੰਸਾਰ ਵਿੱਚ ਜਦੋਂ ਉਹ ਆਏ ਉਦੋਂ ਵੀ ਵੈਲਕਮ ਕਿਹਾ ਗਿਆ, ਧੰਨ 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 ਜਨ ਆਇਆ। ਇਹ ਧੰਨ 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 ਦਾ ਮਤਲਬ ਸੀ ਕਿ ਉਹਨੂੰ ਵੈਲਕਮ ਕਿਹਾ ਗਿਆ, ਜੀ ਆਇਆਂ ਨੂੰ। ਤੇ ਜਦੋਂ ਉਹ ਜੀਵਨ ਦੀ ਬਾਜੀ ਜਿੱਤ ਕੇ ਸੱਚਮੁੱਚ ਬ੍ਰਹਮ ਗਿਆਨੀ ਦੀ ਭਗਤ ਦੀ ਗੁਰਸਿੱਖ ਦੀ ਗੁਰਮੁਖ ਦੀ ਡਿਗਰੀ ਦੇ ਉਹ ਪਾਤਰ ਬਣ ਕੇ ਗਏ ਤੇ ਫਿਰ ਅੱਗੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦਾ ਅਪਮਾਨ ਨਹੀਂ। ਉੱਥੇ ਵੀ ਰੇ ਰੇ ਦਰਗਹਿ ਕਹਿ ਨ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਉੱਥੇ ਵੀ ਜੀ ਆਇਆਂ ਨੂੰ ਵੈਲਕਮ, ਕਿਉਂਕਿ ਸੱਚਮੁੱਚ ਜਦੋਂ ਜਗਤ ਵਿੱਚ ਆਏ ਉਹਨਾਂ ਨੂੰ ਧੰਤਾ ਜੋ ਕਿਹਾ ਗਿਆ। ਜਦੋਂ ਜਗਤ ਤੋਂ ਤੁਰੇ ਤੇ ਸਾਹਿਬ ਕਹਿੰਦੇ ਫਿਰ ਜੀਵਨ ਦੀ ਬਾਜੀ ਜਿੱਤ ਕੇ ਗਏ, ਉਹਨਾਂ ਦੀ ਜੈ ਜੈਕਾਰ ਹੋਈ। ਸੱਚਮੁੱਚ ਇਹ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਇਸ ਮਾਤ ਲੋਕ ਦੀ ਕੀ ਗੱਲ ਕਰੀਏ, ਜਿਹਨੂੰ ਸੰਸਾਰ ਦੇ ਵਿੱਚ ਕਿਹਾ ਜਾਂਦਾ ਹੈ ਵੀ ਤਿੰਨ ਲੋਕ, ਜਿੱਥੇ ਤੱਕ ਵੀ ਕੁਝ ਹੈ ਉੱਥੇ ਤੱਕ ਉਹਨਾਂ ਦੀ ਜੈ ਜੈਕਾਰ ਹੁੰਦੀ, ਉਹਨਾਂ ਦੀ ਮਹਿਮਾ ਹੁੰਦੀ ਹੈ, ਜਿਨ੍ਹਾਂ ਨੇ ਆਤਮਿਕ ਪੜ੍ਹਾਈ ਪੜ੍ਹੀ ਹੁੰਦੀ ਹੈ। ਹੁਣ ਸਤਿਗੁਰੂ ਦੇ ਦਰ ਤੇ ਆ ਕੇ ਜਦੋਂ ਅਸੀਂ ਗੁਣ ਸਿੱਖਣੇ ਨੇ ਤੇ ਇੱਥੇ ਬੜੀ ਨਿਮਰਤਾ ਦੇ ਨਾਲ ਆਪਣਾ ਆਪ ਸਰੈਂਡਰ ਕਰਨਾ ਪੈਂਦਾ ਹੈ। ਜਿਵੇਂ ਇੱਕ ਵਿਦਿਆਰਥੀ ਉਹ ਆਪਣਾ ਆਪ ਸਮਰਪਿਤ ਕਰਕੇ ਕਲਾਸ ਦੇ ਵਿੱਚ ਬੜੀ ਇਮਾਨਦਾਰੀ ਨਾਲ, ਬੜੇ ਅਨੁਸ਼ਾਸਨ ਨਾਲ, ਬੜੇ ਡਿਸਪਲਿਨ ਦੇ ਨਾਲ ਬੈਠਦਾ ਹੈ, ਕਿਉਂਕਿ ਜਿਹੜਾ ਨਿਯਮਾਂ ਨੂੰ ਫਾਲੋ ਕਰਦਾ ਇੱਕ ਦਿਨ ਉਹਨੂੰ ਹੀ ਡਿਗਰੀ ਪ੍ਰਾਪਤ ਹੁੰਦੀ ਹੈ, ਉਹੀ ਉਹ ਜ਼ਿੰਦਗੀ ਦੇ ਵਿੱਚ ਗੁਣਵਾਨ ਬਣਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਬੜੀ ਸੁੰਦਰ ਰਬਾਈ ਲਿਖੀ, ਕਹਿਣ ਲੱਗੇ ਜੇ ਕਿਤੇ ਪਾਣੀ ਵੀ ਪੀਣਾ ਹੋਵੇ ਨਾ ਤੇ ਵੇਖੋ ਸਾਨੂੰ ਝੁਕਣਾ ਪੈਂਦਾ, ਬੁੱਕ ਕਰਨਾ ਪੈਂਦਾ। ਸੱਚਮੁੱਚ ਜੇ ਜ਼ਿੰਦਗੀ ਵਿੱਚ ਅਸੀਂ ਸਮਝ ਲਈਏ ਕਿ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ, ਜੇ ਸਮਝ ਆ ਜਾਵੇ ਕਿ ਜ਼ਿੰਦਗੀ ਦੇ ਸਵਾਸਾਂ ਰੂਪੀ ਤਿਲ ਗਿਣਤੀ ਦੇ ਨੇ ਤੇ ਫਿਰ ਆਪਾਂ ਸੰਭਾਲ ਕੇ ਬੁੱਕ ਭਰੀਏ, ਕਿਤੇ ਇਹ ਤਿਲ ਅਜਾਈ ਨਾ ਬਿਖਰ ਜਾਣ। ਸਾਡੇ ਸਵਾਸ ਜਿਹੜੇ ਸਾਨੂੰ ਮਿਲੇ ਨੇ ਇਹ ਕਿਤੇ ਵਿਅਰਥ ਨਾ ਚਲੇ ਜਾਣ। ਮਾਂ-ਬਾਪ ਨੇ ਬੱਚਿਆਂ ਨੂੰ ਪੈਸੇ ਖਰਚ ਕਰਕੇ ਆਪਣੇ ਤੋਂ ਦੂਰ ਕਰਕੇ ਘਰ ਦਾ ਸਾਰਾ ਕੰਮ ਕਾਜ ਉਹਨਾਂ ਨੇ ਸੰਭਾਲਣਾ ਹੈ ਤੇ ਬੱਚੇ ਨੂੰ ਇੱਥੇ ਪੜ੍ਹਨ ਵਾਸਤੇ ਭੇਜਿਆ। ਗਿਣਤੀ ਦੇ ਦਿਨ ਨੇ, 5 ਸਾਲ 10 ਸਾਲ ਜਿਹੜੀ ਪੜ੍ਹਾਈ ਕਰਨੀ ਹੈ, ਉਹ ਸੱਚਮੁੱਚ ਜੇ ਸਾਨੂੰ ਸਮਝ ਆ ਜਾਵੇ ਤੇ ਇੱਕ ਇੱਕ ਦਿਨ ਦੀ ਆਪਾਂ ਕਦਰ ਕਰੀਏ, ਉਹਨਾਂ ਨੂੰ ਸੰਭਾਲੀਏ। ਕਿਉਂਕਿ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜ਼ਿੰਦਗੀ ਵਿੱਚ ਇਹ ਸਮਝ ਆ ਜਾਵੇ ਕਿ ਸਮਾਂ ਸੀਮਤ ਹੈ, ਬਹੁਤ ਅਨਮੋਲ ਸਵਾਸ ਨੇ ਸਾਡੇ ਕੋਲ, ਤੇ ਫਿਰ ਬੁੱਕ ਨੂੰ ਆਪਾਂ ਸੰਭਲ ਕੇ ਸੰਭਾਲ ਕੇ ਰੱਖੀਏ, ਕਿਤੇ ਇਹ ਅਜਾਈ ਨਾ ਚਲੇ ਜਾਣ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਉਹਨਾਂ ਨੇ ਘੜੇ ਤੇ ਚੱਪਣੀ ਦੀ ਆਪਸ ਵਿੱਚ ਗੱਲਬਾਤ ਕਰਾਈ। ਕਹਿੰਦੇ ਇੱਕ ਦਿਨ ਚੱਪਣੀ ਘੜੇ ਨੂੰ ਪੁੱਛਣ ਲੱਗੀ ਵੀ ਵੇਖ ਕਿੱਡੀ ਵੱਡੀ ਬੇਇਨਸਾਫੀ ਹੈ ਵੀ ਅੱਜ ਤੱਕ ਜਿੰਨੇ ਵੀ ਤੇਰੇ ਕੋਲ ਆਏ, ਜੇ ਗਲਾਸ ਆਇਆ ਤੇ ਤੂੰ ਭਰ ਕੇ ਤੋਰ ਦਿੱਤਾ, ਜੇ ਕੌਲੀ ਆਈ ਤੇ ਭਰ ਕੇ ਤੋਰ ਦਿੱਤੀ, ਜੇ ਛੰਨਾ ਆਇਆ ਤੇ ਭਰ ਕੇ ਤੋਰ ਦਿੱਤਾ, ਜੇ ਪਿਆਲਾ ਆਇਆ ਤੇ ਭਰ ਕੇ ਤੋਰ ਦਿੱਤਾ, ਪਰ ਮੈਂ ਤਾਂ ਰੋਜ਼ ਤੁਹਾਡੇ ਕੋਲ ਰਹਿਣ ਵਾਲੀ ਪਰ ਅੱਜ ਤੱਕ ਖਾਲੀ ਹੈ। ਜਿਵੇਂ ਇੱਕ ਵਿਦਿਆਰਥੀ ਡਾਕਟਰ ਬਣ ਕੇ ਨਿਕਲਦਾ, ਇੱਕ ਇੰਜੀਨੀਅਰ ਬਣ ਕੇ ਨਿਕਲਦਾ, ਤੇ ਜਿਹੜਾ ਮੇਰੇ ਵਰਗਾ ਮੂਰਖ ਬੇਸਮਝ ਸ਼ਰਾਰਤਾਂ ਕਰਨ ਵਾਲਾ ਹੋਵੇ ਉਹ ਕਹੀ ਜਾਵੇ ਜੀ ਵੇਖੋ ਮਵੀ ਤਾਂ 5 ਸਾਲ ਇੱਥੇ ਲਾਏ ਨੇ, ਮਵੀ ਤਾਂ 10 ਸਾਲ ਪੜ੍ਹਾਈ ਕੀਤੀ ਹੈ, ਬਾਕੀਆਂ ਨੂੰ ਤੁਸੀਂ ਡਾਕਟਰ ਬਣਾ ਕੇ ਤੋਰ ਦਿੱਤਾ, ਇੰਜੀਨੀਅਰ ਬਣਾ ਕੇ ਤੋਰ ਦਿੱਤਾ, ਤੇ ਮੈਨੂੰ ਖਾਲੀ ਦਾ ਖਾਲੀ, ਮੈਂ ਤੇ ਜਿਹੋ ਜਿਹਾ ਆਇਆ ਸਾਂ ਉਹੋ ਜਿਹਾ ਹੀ ਹੈ। ਹੁਣ ਭਾਈ ਵੀਰ ਸਿੰਘ ਹੋਣਾ ਨੇ ਜਦੋਂ ਚੱਪਣੀ ਤੇ ਘੜੇ ਦੀ ਆਪਸ ਵਿੱਚ ਗੱਲ ਕਰਾਈ, ਚੱਪਣੀ ਘੜੇ ਤੇ ਗਿਲਾ ਕਰਨ ਲੱਗੀ ਤੇ ਘੜਾ ਬੋਲ ਪਿਆ, ਕਹਿਣ ਲੱਗਾ ਬਿਲਕੁਲ ਠੀਕ ਹੈ, ਮੇਰੇ ਕੋਲ ਗਲਾਸ ਆਇਆ, ਖਾਲੀ ਆਇਆ, ਝੁਕ ਕੇ ਆਇਆ, ਮੈਂ ਉਹਨੂੰ ਭਰ ਕੇ ਤੋਰ ਦਿੱਤਾ। ਛੰਨਾ ਆਇਆ, ਖਾਲੀ ਆਇਆ, ਝੁਕ ਕੇ ਆਇਆ, ਮੈਂ ਉਹਨੂੰ
ਭਰ ਕੇ ਤੋਰ ਦਿੱਤਾ। ਜਿਹੜਾ ਜਿਹੜਾ ਵੀ ਮੇਰੇ ਕੋਲ ਆਇਆ, ਝੁਕ ਕੇ ਆਇਆ, ਖਾਲੀ ਆਇਆ, ਮੈਂ ਭਰ ਭਰ ਕੇ ਤੋਰਿਆ, ਨਿਵਾਜਿਆ। ਪਰ ਤੂੰ ਕਹਿੰਦੀ ਆ ਮੈਂ ਤੇਰੇ ਕੋਲ ਰਹਿ ਕੇ ਵੀ ਖਾਲੀ ਆ। ਕਾਰਨ ਕਹਿੰਦੇ ਦਾ ਕਾਰਨ ਇਹ ਹੈ ਵੀ ਤੂੰ ਮੇਰੇ ਸਿਰ ਚੜ ਕੇ ਬੈਣੀ ਐ, ਤੇ ਜਿਹੜੇ ਸਿਰ ਚੜ ਕੇ ਬਹਿਣ ਉਹ ਤਾਂ ਕਤਰਾ ਵੀ ਪ੍ਰਾਪਤ ਨਹੀਂ ਕਰਦੇ। ਜਿਨ੍ਹਾਂ ਨੂੰ ਝੁਕਣਾ ਨਹੀਂ ਆਉਂਦਾ, ਜਿਨ੍ਹਾਂ ਨੂੰ ਨਿਵਣਾ ਨਹੀਂ ਆਉਂਦਾ, ਜਿਹੜੇ ਡਿਸਪਲਿਨ ਵਿੱਚ ਨਹੀਂ ਰਹਿੰਦੇ, ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਕਹਿਣ ਲੱਗੇ ਉਹ ਤਾਂ ਇੱਕ ਕਤਰਾ ਵੀ ਪ੍ਰਾਪਤ ਨਹੀਂ ਕਰ ਸਕਦੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਚੱਪਣੀ ਬੋਲੀ ਘੜੇ ਤਾਈਂ ਤੁਸੀਂ ਪਾਣੀ ਵੰਡਦੇ ਜਾਂਦੇ, ਜੋ ਆਉਂਦੇ ਨੇ ਖਾਲੀ ਖਾਲੀ ਭਰ ਭਰ ਪਏ ਨੇ ਜਾਂਦੇ। ਮੈਂ ਰਹਿੰਦੀ ਹਾਂ ਸੰਗ ਤੁਹਾਡੇ ਪਰ ਸਖਣੀ ਹੀ ਰਹਿੰਦੀ। ਘੜਾ ਕਹਿੰਦਾ ਸਿਰ ਚੜ ਬਹਿਣ ਨਾ ਮਿਲਦਾ ਕਤਰਾ, ਜੋ ਨਿਮਦੇ ਭਰ ਜਾਂਦੇ। ਜਿਨ੍ਹਾਂ ਨੂੰ ਸਿਰ ਚੜ ਕੇ ਬਹਿਣ ਦੀ ਆਦਤ ਪੈ ਜਾਵੇ, ਸੱਚਮੁੱਚ ਜਿਹੜੇ ਬੱਚੇ ਅਧਿਆਪਕਾਂ ਦੇ ਸਿਰ ਚੜ ਕੇ ਬੋਲਦੇ ਨੇ ਉਹ ਖਾਲੀ ਤਾਂ ਤੁਰ ਜਾਂਦੇ ਨੇ, ਉਹਨਾਂ ਨੂੰ ਗਿਆਨ ਦਾ ਕਤਰਾ ਵੀ ਨਹੀਂ ਜੇ ਮਿਲਦਾ। ਸਾਹਿਬ ਕਹਿੰਦੇ ਜਿੱਥੋਂ ਗਿਆਨ ਪ੍ਰਾਪਤ ਕਰਨਾ ਹੋਵੇ ਨਾ, ਜਿੱਥੋਂ ਕੁਝ ਸਮਝਣਾ ਹੋਵੇ, ਤੇ ਸੱਚਮੁੱਚ ਉੱਥੇ ਜਦੋਂ ਬੰਦਾ ਅਨੁਸਾਰੀ ਹੋ ਕੇ ਰਹਿੰਦਾ ਤੇ ਉਹਨੂੰ ਇੱਕ ਦਿਨ ਬਹੁਤ ਵੱਡੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇਹੀ ਕਾਰਨ ਕਿ ਸਤਿਗੁਰੂ ਜੀ ਨੇ ਇੱਕ ਮਾਂ ਦੀ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਇਹ ਸੋਝੀ ਬਖਸ਼ਿਸ਼ ਕੀਤੀ ਕਿ ਜੀਵਨ ਜਿਹੜਾ ਹੈ ਇੱਕ ਖੇਡ ਹੈ, ਤੇ ਖੇਡ ਕਿਤੇ ਹਾਰ ਨਾ ਜਾਇਓ, ਇਹ ਖੇਡ ਜਿੱਤ ਕੇ ਜਾਇਓ ਤਾਂ ਕਿ ਬਾਰ-ਬਾਰ ਨਾ ਖੇਡਣਾ ਪਵੇ। ਜਿਹੜਾ ਬੱਚਾ ਫੇਲ ਹੋਵੇ ਉਹਨੂੰ ਫਿਰ ਉਸੇ ਕਲਾਸ ਵਿੱਚ ਪੜ੍ਹਨਾ ਪੈਂਦਾ ਹੈ ਨਾ। ਜੇ ਸੱਚਮੁੱਚ ਉਹਦੇ ਡਿਸਪਲਿਨ ਨੂੰ ਵੇਖਿਆ ਜਾਵੇ, ਉਹਦੇ ਅਨੁਸ਼ਾਸਨ ਨੂੰ ਵੇਖਿਆ ਜਾਵੇ, ਤੇ ਕਈ ਵਾਰ ਉਹਨੂੰ ਇਹ ਕਿਹਾ ਜਾਂਦਾ ਵੀ ਇਹ ਅਨੁਸ਼ਾਸਨ ਭੰਗ ਕਰਨ ਵਾਲਾ ਹੈ, ਉਹਨੂੰ ਹੋਰ ਪਿੱਛੇ ਕਰ ਦਿੱਤਾ ਜਾਂਦਾ ਹੈ। ਸਾਹਿਬ ਕਹਿੰਦੇ ਜਿਨ੍ਹਾਂ ਜੂਨਾਂ ਵਿੱਚੋਂ ਲੰਘ ਕੇ ਆਏ ਆ, ਫਿਰ ਕਿਤੇ ਉਹਨਾਂ ਵਿੱਚ ਨਾ ਡੇਗ ਦਿੱਤਾ ਜਾਵੇ, ਕਿਤੇ ਫੇਲ ਹੋ ਕੇ ਫਿਰ ਉੱਥੇ ਜਾ ਕੇ ਨਾ ਤੈਨੂੰ ਬਾਰ-ਬਾਰ ਪੜ੍ਹਨਾ ਪਵੇ। ਐਸੇ ਢੰਗ ਨਾਲ ਹੁਣ ਪੜ੍ਹਾਈ ਪੜ੍ਹੀ ਕਿ ਜੀਵਨ ਦੀ ਬਾਜੀ ਜਿੱਤ ਕੇ ਜਾਈ, ਕਦਮ ਅੱਗੇ ਰੱਖੇਗਾ ਤੇ ਸੱਚਮੁੱਚ ਪ੍ਰਭੂ ਵਿੱਚ ਲੀਨਤਾ ਹੋਵੇਗੀ। ਕਦਮ ਪਿੱਛੇ ਪੁੱਟਿਆ ਗਿਆ ਤੇ ਸੱਚਮੁੱਚ ਪੌੜੀ ਛੁੜਕੀ ਫਿਰ ਹਾਥ ਨਾ ਆਵੇ। ਹੁਣ 84 ਲੱਖ ਜੂਨਾ ਜਾਂ ਬਹੁਤ ਜਨਮ ਵਿਛਰੇ ਥੇ ਮਾਧੋ। ਸਾਹਿਬ ਕਹਿਣ ਲੱਗੇ ਮਨੁੱਖਾ ਜੀਵਨ ਆਪਣੇ ਆਪ ਦੇ ਵਿੱਚ ਇੱਕ ਵਡਿਆਈ ਹੈ, ਇੱਕ ਸਨਮਾਨ ਹੈ, ਕਿਉਂਕਿ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਆ ਜਿਹੜੀ ਧਰਤੀ, ਆਕਾਸ਼, ਸੂਰਜ, ਚੰਦਰਮਾ, ਪੌਣ, ਪਾਣੀ, ਇਹ ਸਾਰਾ ਕੁਝ ਮਨੁੱਖ ਦੀਆਂ ਸਹੂਲਤਾਂ ਨੇ। ਪਰ ਮਨੁੱਖ ਕਈ ਵਾਰ ਸਹੂਲਤਾਂ ਨੂੰ ਨਾ ਸਮਝਣ ਦੇ ਕਾਰਨ ਉਹਨਾਂ ਦੇ ਅਧੀਨ ਹੋ ਜਾਂਦਾ ਹੈ। ਸਭ ਕਹਿਣ ਲੱਗੇ ਰੱਬ ਦੀ ਪੂਜਾ ਕਰਨੀ ਸੀ ਤੇ ਰੱਬ ਨੇ ਵੇਖ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ, ਇਹ ਤੇਰੀਆਂ ਸਹੂਲਤਾਂ ਨੇ। ਪਰ ਬੰਦੇ ਨੇ ਕੀ ਕੀਤਾ ਕਿ ਰੱਬ ਨਾਲੋਂ ਟੁੱਟ ਕੇ ਸਹੂਲਤਾਂ ਨੂੰ ਪੂਜਣ ਲੱਗ ਪਿਆ। ਕਿਸੇ ਨੇ ਸੂਰਜ ਦੀ ਪੂਜਾ ਕੀਤੀ, ਕਿਸੇ ਨੇ ਚੰਦਰਮਾ ਦੀ ਪੂਜਾ ਕੀਤੀ, ਆਪਣੇ ਮਨੋਰਥ ਨੂੰ ਭੁੱਲ ਹੀ ਗਿਆ। ਵੀ ਜਿਵੇਂ ਵਿਦਿਆਰਥੀ ਪੜ੍ਹਨ ਆਉਂਦੇ ਨੇ, ਉਹਨਾਂ ਨੂੰ ਸਹੂਲਤਾਂ ਨੇ ਤੇ ਉਹ ਸਹੂਲਤਾਂ ਮਾਨਣ ਨੂੰ ਹੀ ਆਪਣਾ ਮਨੋਰਥ ਸਮਝ ਲੈਣ, ਪੜ੍ਹਾਈ ਕਰਨੀ ਨਾ। ਸਹੂਲਤਾਂ ਤਾਂ ਇਸ ਕਰਕੇ ਸੀ ਵੀ ਪੜ੍ਹਾਈ ਪੜ੍ਹਨੀ ਹੈ। ਹੁਣ ਇਹ ਸਹੂਲਤਾਂ ਇਸ ਕਰਕੇ ਸੀ, ਸਾਨੂੰ ਧਰਤੀ ਮਿਲੀ, ਸਾਨੂੰ ਆਕਾਸ਼ ਮਿਲਿਆ, ਸੂਰਜ ਮਿਲਿਆ, ਚੰਦਰਮਾ, ਪਾਣੀ, ਹਵਾ, ਇੱਥੇ ਤੱਕ ਵੀ ਸਾਹਿਬ ਨੇ ਬਚਨ ਕਹੇ। ਕਹਿਣ ਲੱਗੇ ਤੇਰੀ ਜ਼ਿੰਦਗੀ ਦੇ ਵਿੱਚ ਆ ਬਲਦੀ ਹੋਈ ਅੱਗ ਵੀ ਤੈਨੂੰ ਰੱਬ ਨੇ ਸਹੂਲਤ ਦਿੱਤੀ ਹੈ, ਪਰ ਇਹਨੇ ਅੱਗ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ। ਸਹੂਲਤਾਂ ਨਾਲ ਜੁੜ ਗਿਆ, ਰੱਬ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਮਨਫੀ ਕਰ ਦਿੱਤਾ। ਤੇ ਗਰੀਬ ਨਵਾਜ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਜੀਵਨ ਦੀ ਬਾਜੀ ਤਾਂ ਜਿੱਤ ਕੇ ਜਾਵੇਂਗਾ ਜੇ ਸੱਚਮੁੱਚ ਗੁਰੂ ਦੇ ਅਨੁਸਾਰੀ ਹੋ ਕੇ ਆਪਣੀ ਜ਼ਿੰਦਗੀ ਨੂੰ ਸਵਾਰੇਗਾ। ਦੂਸਰਾ ਗੁਣ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ ਜਿਵੇਂ ਇੱਕ ਸਿਆਣਾ ਵੈਦ ਰੋਗੀ ਦੇ ਪ੍ਰਤੀ ਜਾਣਦਾ ਵੀ ਇਹਦੇ ਅੰਦਰ ਕਿਹੜਾ ਰੋਗ ਹੈ, ਪਰ ਉਹ ਪੂਰੀ ਜਾਣਕਾਰੀ ਦੇ ਕੇ ਰੋਗੀ ਨੂੰ ਡਰਾਉਂਦਾ ਨਹੀਂ, ਸਗੋਂ ਉਹਦੇ ਮੁਤਾਬਕ ਮੈਡੀਸਨ ਦੇ ਕੇ ਪਰਹੇਜ਼ ਰਖਾ ਕੇ ਹੌਲੀ ਹੌਲੀ ਉਸ ਰੋਗ ਨੂੰ ਦੂਰ ਕਰਦਾ। ਦੂਸਰਾ ਸੁਭਾਅ ਗੁਰੂ ਦਾ ਵੈਦ ਵਰਗਾ ਹੈ। ਜੈਸੇ ਵੈਦ ਰੋਗੀ ਪ੍ਰਤ ਕਹੇ ਨਾ ਬਿਥਾਰ ਬਿਰਥਾ, ਸੰਜਮ ਕੈ ਔਖਦ ਖਵਾਏ ਰੋਗ ਡੰਡ ਹੈ। ਗੁਰੂ ਦਾ ਪਹਿਲਾ ਸੁਭਾਅ ਮਾਂ ਵਰਗਾ, ਜੈਸੇ ਕਰ ਗਹਿਤ ਸਰਪ ਸੁਤ ਪੇਖ ਮਾਤਾ, ਕਹੇ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਦੂਸਰਾ ਸੁਭਾਅ ਵੈਦ ਵਰਗਾ, ਜੈਸੇ ਵੈਦ ਰੋਗੀ ਪ੍ਰਤ ਕਹੇ ਨਾ ਬਿਥਾਰ ਬਿਰਥਾ, ਸੰਜਮ ਕੈ ਔਖਦ ਖਵਾਏ ਰੋਗ ਡੰਡ ਹੈ। ਮੇਰੇ ਗਰੀਬ ਨਵਾਜ ਨੇ ਸਮੁੱਚੀ ਮਨੁੱਖਤਾ ਦਾ ਸਭ ਤੋਂ ਪਹਿਲਾਂ ਰੋਗ ਵੇਖਿਆ।
ਕਿ ਇੱਕ ਤਿਲ ਪਿਆਰਾ ਵਿਛੜੈ, ਰੋਗ ਵੱਡਾ ਮਨ ਮਾਹੀ। ਜਦੋਂ ਸੱਚ ਰੂਪੀ ਪਰਮਾਤਮਾ ਨਾਲੋਂ ਆਪਾਂ ਟੁੱਟ ਗਏ ਤੇ ਫਿਰ ਬਚਨ ਕਹਿ ਦਿੱਤੇ ਵੀ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਭਾਵੇਂ ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ। ਸੱਚ ਰੂਪੀ ਪਰਮਾਤਮਾ ਨਾਲੋਂ ਟੁੱਟ ਕੇ ਮਨੁੱਖ ਰੋਗੀ ਹੋ ਗਿਆ ਤੇ ਹੁਣ ਚਾਹੀਦਾ ਤੇ ਇਹ ਸੀ ਵੀ ਜਿਸ ਕਾਰਨ ਕਰਕੇ ਇਹ ਰੋਗੀ ਹੋਇਆ ਉਹਦੇ ਅਕੋਰਡਿੰਗ ਇਹਨੂੰ ਮੈਡੀਸਨ ਦੇ ਕੇ ਇਹਦਾ ਇਲਾਜ ਕੀਤਾ ਜਾਂਦਾ। ਪਰ ਮਨੁੱਖ ਕਈ ਵਾਰ ਨੀਮ ਹਕੀਮ ਖਤਰਾ ਜਾਨ, ਸਵਾਹ ਦੀਆਂ ਪੁੜੀਆਂ ਇੱਧਰ ਉੱਧਰ ਤੁਰਿਆ ਫਿਰਦਾ। ਸਾਹਿਬ ਕਹਿੰਦੇ ਇੱਕੋ ਹੀ ਹੱਲ ਹੈ ਵੀ ਜਿਹੜਾ ਰੋਗ ਲੱਗਾ ਉਹਦੇ ਮੁਤਾਬਕ ਪ੍ਰੋਪਰ ਜਿਹੜੀ ਮੈਡੀਸਨ ਹੈ ਉਹ ਦਿੱਤੀ ਜਾਵੇ। ਗਰੀਬ ਨਵਾਜ਼ ਨੇ ਵੇਖਿਆ ਕਿ ਮਨੁੱਖਤਾ ਰੋਗੀ ਹੋਈ ਆ ਰੱਬ ਤੋਂ ਟੁੱਟ ਕੇ, ਤੇ ਉਹਨੂੰ ਦਵਾਈ ਕਿਹੜੀ ਦੇਣੀ? ਸਾਹਿਬ ਕਹਿੰਦੇ ਸੱਚ ਰੂਪੀ ਪਰਮੇਸ਼ਰ ਦੇ ਮਿਲਾਪ ਦੀ ਦਵਾਈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਜਦੋਂ ਸੱਚ ਰੂਪੀ ਦਾਰੂ, ਸੱਚ ਰੂਪੀ ਮੈਡੀਸਨ ਮਿਲ ਜਾਵੇ ਤੇ ਸਾਹਿਬ ਕਹਿਣ ਲੱਗੇ ਸੱਚਮੁੱਚ ਮਨੁੱਖ ਅੰਦਰੋਂ ਅਰੋਗ ਹੋ ਜਾਵੇਗਾ। ਵੈਦ ਹਰਦਾਸ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਜਿਵੇਂ ਦੁਨਿਆਵੀ ਤੌਰ ਤੇ ਦਵਾਖਾਨਾ ਹੈ, ਦੁਨਿਆਵੀ ਤੌਰ ਤੇ ਡਾਕਟਰ ਵੈਦ ਹੈ, ਮੈਡੀਸਨ ਹੈ, ਇਸੇ ਤਰ੍ਹਾਂ ਸਤ ਸੰਗਤ ਇਹ ਦਵਾਖਾਨਾ ਹੈ, ਗੁਰੂ ਵੈਦ ਹੈ ਤੇ ਗੁਰਬਾਣੀ ਪਰਮੇਸ਼ਰ ਦਾ ਨਾਮ ਇਹ ਮੈਡੀਸਨ ਹੈ। ਜਦੋਂ ਇਹ ਤਿੰਨੇ ਨੁਕਤੇ ਇਕੱਠੇ ਹੋਣਗੇ, ਗੁਰੂ ਵੈਦ ਕੋਲ ਆਵਾਂਗੇ, ਸਤ ਸੰਗਤ ਰੂਪੀ ਦਵਾਖਾਨੇ ਵਿੱਚ ਬੈਠਾਂਗੇ ਤੇ ਇਥੋਂ ਨਾਮ ਦੀ ਔਸ਼ਧੀ, ਬਾਣੀ ਦੀ ਮੈਡੀਸਨ ਸਾਨੂੰ ਮਿਲੇਗੀ। ਤੇ ਸਾਹਿਬ ਕਹਿੰਦੇ ਫਿਰ ਸਤਿਗੁਰ ਪੂਰਾ ਵੈਦ ਹੈ, ਸਭੇ ਰੋਗ ਅਸਾਧ ਨਿਵਾਰੇ। ਗਰੀਬ ਨਵਾਜ਼ ਨੇ ਵੈਦ ਹਰਦਾਸ ਤੇ ਵੀ ਕਿਰਪਾ ਕਰਕੇ ਉਹਨਾਂ ਨੂੰ ਨਵਾਜਿਆ ਸੀ। ਤੀਸਰਾ ਨੁਕਤਾ ਜਿਹੜਾ ਮੈਂ ਸਾਂਝਾ ਕਰਨਾ ਹੈ ਕਿ ਗੁਰੂ ਦਾ ਸੁਭਾਅ ਇੱਕ ਟੀਚਰ ਵਰਗਾ ਹੈ, ਅਧਿਆਪਕ ਵਰਗਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰੇ ਪਾਂਧਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਇੱਕ ਪਾਂਧਾ ਅਧਿਆਪਕ ਟੀਚਰ, ਉਹ ਕਦੇ ਵਿਦਿਆਰਥੀ ਦੀ ਮੂਰਖ ਮਤ ਵੇਖ ਕੇ ਵਿਦਿਆਰਥੀ ਤੋਂ ਦੂਰ ਨਹੀਂ ਹੁੰਦਾ, ਸਗੋਂ ਉਹਨੂੰ ਸਿੱਖਿਆ ਦੇ ਕੇ, ਉਹਨੂੰ ਗਿਆਨ ਦੇ ਕੇ ਉਹਦੇ ਅੰਦਰੋਂ ਅਗਿਆਨਤਾ ਵਾਲੀ, ਉਹਦੇ ਅੰਦਰੋਂ ਮੂਰਖਾਂ ਵਾਲੀ ਮਤ ਖਤਮ ਕਰਕੇ ਸੱਚਮੁੱਚ ਉਹਨੂੰ ਇੱਕ ਦਿਨ ਸਿਆਣਾ ਬਣਾ ਦਿੰਦਾ ਹੈ। ਤੇ ਗਰੀਬ ਨਵਾਜ਼ ਗੁਰੂ ਵੀ ਇੱਕ ਅਧਿਆਪਕ ਹੈ। ਸਾਹਿਬ ਕਹਿੰਦੇ ਸਤ ਸੰਗਤ ਸਾਡੀ ਉਹ ਚਟਸਾਲ ਹੈ ਜਿੱਥੇ ਆਪਾਂ ਬੈਠ ਕੇ ਇਹ ਪੜ੍ਹਾਈ ਕਰਨੀ ਹੈ। ਬਾਣੀ ਵਿੱਚ ਸਪਸ਼ਟ ਵੀ ਕੀਤਾ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਕੀ ਸੰਗਤ ਸਾਡਾ ਕਾਲਜ ਹੈ, ਸਕੂਲ ਹੈ, ਯੂਨੀਵਰਸਿਟੀ ਹੈ, ਜਿੱਥੇ ਬੈਠ ਕੇ ਇਹ ਚਟਸਾਲ ਹੈ। ਚਾਟੜੇ ਦਾ ਅਰਥ ਹੁੰਦਾ ਵਿਦਿਆਰਥੀ, ਜਿਵੇਂ ਪਾਠਸ਼ਾਲਾ ਇਸੇ ਤਰ੍ਹਾਂ ਚਟਸਾਲ, ਜਿੱਥੇ ਚਾਟੜੇ ਪੜ੍ਹਦੇ ਨੇ, ਵਿਦਿਆਰਥੀ ਪੜ੍ਹਦੇ ਨੇ, ਅਧਿਆਤਮਕ ਖੋਜੀ ਪੜ੍ਹਦੇ ਨੇ। ਗੁਰੂ ਇੱਥੇ ਅਧਿਆਪਕ ਹੈ ਤੇ ਗੁਰਬਾਣੀ ਸਾਡੀ ਜ਼ਿੰਦਗੀ ਦਾ ਸਿਲੇਬਸ ਹੈ। ਜਿਵੇਂ ਸਿਲੇਬਸ ਦੇ ਮੁਤਾਬਕ ਪੜ੍ਹਾਈ ਕਰਾਂਗੇ ਤੇ ਡਿਗਰੀਆਂ ਮਿਲਣਗੀਆਂ। ਸਿਲੇਬਸ ਤੋਂ ਬਾਹਰ ਜਾ ਕੇ ਰੱਟੇ ਲਾਏ ਹੋਣ ਤੇ 20-20 ਸੀਟਾਂ ਵੀ ਭਰ ਆਈਏ ਤੇ ਆਪਾਂ ਫੇਲ ਹੋ ਜਾਂਦੇ ਆ। ਅੱਜ ਬਹੁਤੇ ਸਾਡੇ ਵਿੱਚੋਂ ਇਸ ਕਰਕੇ ਫੇਲ ਹੋ ਰਹੇ ਨੇ ਕਿ ਕਰਮ ਉਹ ਕਰ ਰਹੇ ਨੇ ਜਿਹੜੇ ਗੁਰਬਾਣੀ ਰੂਪੀ ਸਿਲੇਬਸ ਵਿੱਚ ਹੈ ਹੀ ਨਹੀਂ। ਹੁਣ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰੂ ਸੰਗਤ ਚਟਸਾਲ ਹੈ, ਸਕੂਲ ਕਾਲਜ ਹੈ, ਗੁਰੂ ਅਧਿਆਪਕ ਹੈ ਤੇ ਸੱਚਮੁੱਚ ਗੁਰਬਾਣੀ ਜਿਹੜੀ ਹੈ ਉਹ ਸਾਡੀ ਆਤਮਿਕ ਪੜ੍ਹਾਈ ਹੈ। ਜਦੋਂ ਆਣ ਕੇ ਆਪਾਂ ਇੱਥੇ ਪਰਮੇਸ਼ਰ ਦੇ ਗੁਣਾਂ ਨੂੰ ਸਿੱਖਾਂਗੇ ਤੇ ਇੱਕ ਦਿਨ ਗੁਣਵਾਨ ਬਣ ਜਾਵਾਂਗੇ। ਉਹੀ ਮਨੁੱਖ ਜਿਹੜਾ ਆਮ ਵਿਅਕਤੀ ਹੁੰਦਾ ਹੈ ਤੇ ਇੱਕ ਦਿਨ ਬ੍ਰਹਮ ਗਿਆਨੀ ਸੰਤ ਭਗਤ ਬਣ ਜਾਂਦਾ ਹੈ। ਇਹ ਨਹੀਂ ਵੀ ਉਹ ਆਪਣੇ ਨਾਵਾਂ ਨਾਲ ਸੰਤ ਭਗਤ ਜੋੜਨ ਤੇ ਫੇਰ ਹੀ ਉਹ ਅੰਦਰੋਂ ਸੰਤ ਤੇ ਭਗਤ, ਅੰਦਰੋਂ ਉੱਚੀ ਅਵਸਥਾ ਦੇ ਧਾਰਨੀ ਹੋ ਜਾਂਦੇ ਨੇ, ਜਿੱਥੇ ਜਾ ਕੇ ਸੱਚਮੁੱਚ ਉਹਨਾਂ ਦੇ ਕੋਲ ਉਹ ਆਤਮਿਕ ਵਿਦਿਆ ਹੁੰਦੀ ਹੈ ਜਿਹਦੇ ਨਾਲ ਗਰੀਬ ਨਵਾਜ਼ ਉਹਨਾਂ ਨੂੰ ਬੜਾ ਮਾਣ ਬਖਸ਼ਿਸ਼ ਕਰਦੇ ਨੇ। ਜਦੋਂ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸਨ, ਬਾਬਾ ਬੁੱਢਾ ਮੇਰੇ ਪੁੱਤਰ ਬਾਲਕ ਹਰ ਗੋਬਿੰਦ ਨੂੰ ਵਿਦਿਆ ਪੜ੍ਹਾਓ, ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਪਾਤਸ਼ਾਹ ਮੈਂ ਆਪ ਜੀ ਦੀ ਖੇਤੀ ਦਾ ਇੰਚਾਰਜ, ਮੱਝਾਂ ਤੇ ਗਾਵਾਂ ਨੂੰ ਘਾਹ ਪਾ ਕੇ ਉਹਨਾਂ ਦੀ ਸੇਵਾ ਕਰਨ ਵਾਲਾ, ਮੈਂ ਆਪ ਜੀ ਦੇ ਦਰ ਦਾ ਸੇਵਾਦਾਰ, ਮੈਂ ਆਪ ਦੇ ਪੁੱਤਰ ਨੂੰ ਕਿਹੜੀ ਵਿਦਿਆ ਪੜ੍ਹਾ ਸਕਦਾ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ, ਬਾਬਾ ਬੁੱਢਾ ਮੇਰੇ ਪੁੱਤਰ ਨੂੰ ਉਹ ਵਿਦਿਆ ਪੜ੍ਹਾ
ਜਿਹੜੀ ਤੁਹਾਨੂੰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਪੜ੍ਹਾਈ ਤੇ ਤੁਸੀਂ ਬਾਲਕ ਤੋਂ ਬਾਬਾ ਬੁੱਢਾ ਬਣ ਗਏ। ਕਿਉਂਕਿ ਇਹ ਸੱਚਮੁੱਚ ਸਿਖਰ ਸੀ ਰੂਹਾਨੀਆਂ ਦਾ, ਜਿੱਥੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖੀ ਅਵਧ ਨਾ ਤਿਸ ਤੇ ਪਰੈ। ਜਿਵੇਂ ਆਪਾਂ ਕਹਿੰਦੇ ਆ ਕਿ ਸਿੱਖੀ ਦੀ ਇੱਕ ਸੀਮਾ ਸੀ, ਬਾਰਡਰ ਸੀ ਬਾਬਾ ਬੁੱਢਾ ਸਾਹਿਬ, ਉਹਨਾਂ ਤੋਂ ਪਰੇ ਸਿੱਖੀ ਦੀ ਹੋਰ ਗੱਲ ਕਰਨੀ। ਸਤਿਗੁਰੂ ਜੀ ਨੇ ਏਡੀ ਵੱਡੀ ਬਖਸ਼ਿਸ਼ ਕਰਕੇ ਨਵਾਜਿਆ। ਬੜੇ ਸਿੱਖ ਸਤਿਗੁਰਾਂ ਦੀ ਸ਼ਰਨ ਵਿੱਚ ਆਏ, ਆਤਮਿਕ ਪੜ੍ਹਾਈ ਪੜ੍ਹੀ ਤੇ ਉਹ ਨਿਵਾਜੇ ਗਏ। ਕਿਉਂਕਿ ਖੁਦ ਗੁਰੂ ਨਾਨਕ ਸਾਹਿਬ ਜੀ ਜਦੋਂ ਬਚਪਨ ਅਵਸਥਾ ਵਿੱਚ ਸਨ ਤੇ ਪਿਤਾ ਜੀ ਨੇ ਉਹਨਾਂ ਨੂੰ ਕਰਮਵਾਰ ਪਾਂਧਾ ਗੋਪਾਲ ਜੀ ਕੋਲ, ਮੌਲਵੀ ਜੀ ਦੇ ਕੋਲ ਵਿਦਿਆ ਪੜ੍ਹਾਉਣ ਵਾਸਤੇ ਭੇਜਿਆ ਸੀ। ਤੇ ਮੈਂ ਆਪ ਜੀ ਨਾਲ ਵਿਚਾਰਾਂ ਇਹ ਸਾਂਝੀਆਂ ਕਰ ਰਿਹਾ ਕਿ ਜਦੋਂ ਸਤਿਗੁਰੂ ਜੀ ਪਹਿਲੇ ਦਿਨ ਗਏ ਤੇ ਪਿਤਾ ਜੀ ਦੀ ਉਂਗਲ ਪਕੜੀ, ਕੁਝ ਮਠਿਆਈ ਦਾ ਡੱਬਾ ਨਾਲ ਲਿਆ, ਸਤਿਕਾਰ ਵਜੋਂ ਪਾਂਧਾ ਜੀ ਦੇ ਕੋਲ ਗਏ, ਕਲਾਸ ਵਿੱਚ ਬਿਠਾਇਆ ਗਿਆ। ਪਾਂਧਾ ਜੀ ਉਪਦੇਸ਼ ਦਿੰਦੇ, ਸਤਿਗੁਰੂ ਜੀ ਆਪਣੀ ਫੱਟੀ ਤੇ ਲਿਖਦੇ। ਇਸ ਤਰ੍ਹਾਂ ਇੱਕ ਦਿਨ ਵਿਚਾਰਾਂ ਕਰਦਿਆਂ ਕਰਦਿਆਂ ਸਤਿਗੁਰੂ ਜੀ ਨੇ ਪੁੱਛ ਲਿਆ, ਪਾਂਧਾ ਜੀ ਆ ਰੋਜ਼ ਤੁਸੀਂ ਮੈਨੂੰ ਸੱਸਾ ਅੱਖਰ ਲਿਖਾਉਂਦੇ ਹੋ, ਊੜਾ ਅੱਖਰ ਲਿਖਾਉਂਦੇ ਹੋ, ਈੜੀ ਅੱਖਰ ਲਿਖਾਉਂਦੇ ਹੋ, ਕਿਉਂਕਿ ਉਸ ਵੇਲੇ ਜਿਹੜੀ 35 ਸੀ ਉਹ ਸੱਸੇ ਤੋਂ ਸ਼ੁਰੂ ਹੁੰਦੀ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਤਰਤੀਬ ਦਿੱਤੀ ਤੇ ਇਹਨੂੰ ਊੜੇ ਤੋਂ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਪੱਟੀ ਜਿਹੜੀ ਆ ਗੁਰਬਾਣੀ ਦੇ ਵਿੱਚ ਅੰਕਿਤ ਹੈ, ਜਿਹਦਾ ਭਾਵ ਸੀ ਫੱਟੀ ਲਿਖੀ। ਜਦੋਂ ਪਾਂਧਾ ਜੀ ਨੇ ਸੱਸਾ ਅੱਖਰ ਲਿਖਾਇਆ ਤੇ ਸਤਿਗੁਰਾਂ ਪੁੱਛ ਲਿਆ, ਕਹਿਣ ਲੱਗੇ ਸੱਸੇ ਦਾ ਅਰਥ ਕੀ ਹੈ? ਪਾਂਧਾ ਕਹਿਣ ਲੱਗਾ ਵੀ ਇਹਦੇ ਨਾਲ ਹੋਰ ਅੱਖਰ ਜੁੜਨਗੇ, ਪੂਰਾ ਵਾਕ ਬਣੇਗਾ ਤੇ ਫਿਰ ਅਰਥ ਬਣਨੇ ਨੇ। ਇੱਕ ਦਾ ਕੀ ਅਰਥ ਹੋ ਸਕਦਾ? ਸਾਹਿਬ ਕਹਿਣ ਲੱਗੇ ਵੀ ਜੇ ਇੱਕ ਬੇਮੈਨੇ ਆ, ਇਹਦਾ ਕੋਈ ਅਰਥ ਨਹੀਂ, ਤੇ ਫਿਰ ਇਹਦੇ ਪੜਨ ਦਾ ਕੀ ਫਾਇਦਾ? ਸਤਿਗੁਰਾਂ ਉੱਥੇ ਸਿੱਖਿਆ ਦਿੱਤੀ, ਕਹਿਣ ਲੱਗੇ ਮੈਂ ਤਾਂ ਇੱਕ ਦੇ ਅਰਥ ਸੰਸਾਰ ਨੂੰ ਸਮਝਾਉਣ ਵਾਸਤੇ ਆਇਆ, ਤੇ ਪਾਂਧਾ ਜੀ ਤੁਸੀਂ ਕਹਿ ਰਹੇ ਹੋ ਵੀ ਇੱਕ ਦੇ ਕੋਈ ਅਰਥ ਨਹੀਂ। ਸੱਸਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਅਰਥ ਕਰ ਰਿਹਾ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰਨ ਦਾ ਸੁਭਾਗ ਮਿਲੇ, ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਉਹ ਫੱਟੀ ਜਿਹੜੀ ਪਾਂਧੇ ਨੇ ਲਿਖਾਈ ਤੇ ਗੁਰੂ ਨਾਨਕ ਸਾਹਿਬ ਨੇ ਲਿਖੀ, ਤੇ ਅੱਗੋਂ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਸਿੱਖਿਆ ਦਿੱਤੀ। ਕਹਿਣ ਲੱਗੇ ਜੀ ਤੁਸੀਂ ਕਹਿੰਦੇ ਊੜੇ ਦਾ ਅਰਥ ਕੋਈ ਨਹੀਂ, ਊੜਾ ਉਪਮਾ ਤਾਂਕੀ ਕੀਜੈ, ਜਾਕਾ ਅੰਤ ਨਾ ਪਾਇਆ, ਈਵੜੀ ਆਦ ਪੁਰਖ ਹੈ ਦਾਤਾ। ਪਾਂਧਾ ਜੀ ਕਹਿਣ ਲੱਗੇ ਇਹਦੇ ਵਿੱਚ ਮੇਰਾ ਕੀ ਦੋਸ਼ ਹੈ? ਸਾਹਿਬ ਕਹਿਣ ਲੱਗੇ ਨਹੀਂ, ਕਦੇ ਵੀ ਕੋਈ ਆਪਣੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਜਿਹੜੇ ਫਰਜ਼ ਸਾਡੇ ਬਣਦੇ ਨੇ, ਚਾਹੇ ਉਹ ਅਧਿਆਪਕ, ਚਾਹੇ ਡਾਕਟਰੀ ਲਾਈਨ, ਚਾਹੇ ਟੀਚਰ ਲਾਈਨ, ਕਿਸੇ ਵੀ ਖੇਤਰ ਵਿੱਚ ਆਪਾਂ ਵਿਚਰਦੇ ਆਂ, ਦੱਦਾ ਦੋਸ਼ ਨਾ ਦਿਓ ਕਿਸ਼ੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਦੱਦਾ ਅੱਖਰ ਜਿਹੜਾ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਵੀ ਜੋ ਆਪਾਂ ਕਰਾਂਗੇ ਉਹਦਾ ਫਲ ਪਾਉਣਾ ਪੈਣਾ ਹੈ। ਪਾਂਧਾ ਜੀ ਜਿਵੇਂ ਧਰਤੀ ਤੇ ਇੱਕ ਨਿਯਮ ਲਾਗੂ ਹੁੰਦਾ ਹੈ ਵੀ ਜਿਹੜਾ ਬੀਜ ਧਰਤੀ ਦੀ ਕੁੱਖ ਵਿੱਚ ਚਲਿਆ ਗਿਆ ਉਹਨੇ ਬਾਹਰ ਪ੍ਰਗਟ ਹੋਣਾ ਹੀ ਹੋਣਾ ਹੈ। ਜੋ ਕੁਝ ਕੰਨਾਂ ਰਾਹੀਂ ਸਾਡੇ ਅੰਦਰ ਜਾਂਦਾ ਹੈ, ਸੱਚਮੁੱਚ ਉਹ ਇੱਕ ਦਿਨ ਸਾਡੇ ਅੰਦਰ ਪੌਦਾ ਬਣ ਕੇ ਪ੍ਰਗਟ ਹੋਣਾ ਹੈ। ਇੰਜ ਕਹਿ ਲਈਏ ਕਿ ਬੀਜ ਮਾਤਰ ਪਰਮਾਤਮਾ ਹਰ ਇੱਕ ਦੇ ਅੰਦਰ ਹੈ। ਜੇ ਰੱਬੀ ਗਿਆਨ ਨਾਲ ਇਹਨੂੰ ਸਿੰਜਿਆ ਜਾਵੇ ਤੇ ਇੱਕ ਦਿਨ ਰੱਬ ਦਰਖਤ ਬਣ ਕੇ, ਫਲ ਬਣ ਕੇ, ਸ਼ਾਨਦਾਰ ਬਣ ਕੇ ਬੰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਕਿਸੇ ਨੂੰ ਨਿਰਾਸ਼ੇ ਹੋਣ ਦੀ ਲੋੜ ਨਹੀਂ ਵੀ ਮੇਰੇ ਅੰਦਰ ਰੱਬ ਨਹੀਂ, ਬੀਜ ਮਾਤਰ ਸਾਰਿਆਂ ਦੇ ਅੰਦਰ ਹੈ, ਪਰ ਕਈਆਂ ਦਾ ਬੀਜ ਅੰਦਰੇ ਗਲ ਸੜ ਗਿਆ ਵਿਕਾਰਾਂ ਤੇ ਨਸ਼ਿਆਂ ਨਾਲ, ਤੇ ਕਈਆਂ ਨੂੰ ਸੰਗਤ ਚੰਗੀ ਮਿਲ ਗਈ ਤੇ ਅੰਦਰ ਦਾ ਬੀਜ ਅੰਕੁਰ ਫੁੱਟਿਆ ਤੇ ਉਹ ਪੌਦਾ ਬਣ ਗਿਆ। ਸਾਹਿਬ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਜੋ ਕੁਝ ਅੰਦਰ ਲਿਜਾਵਾਂਗੇ ਉਹ ਇੱਕ ਦਿਨ ਪ੍ਰਗਟ ਹੋਣਾ ਹੈ। ਬੀਜੈ ਵੇਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਜੇ ਬੰਦਾ ਜ਼ਹਿਰ ਬੀਜੇ ਤੇ ਕਹੇ ਮੈਨੂੰ ਅੰਮ੍ਰਿਤ ਮਿਲ ਜਾਵੇ, ਇਹ ਨਿਆਂ ਕਿਵੇਂ ਹੋ ਸਕਦਾ? ਜੇ ਕਲਾਸ ਦੀ ਜਗ੍ਹਾ ਬੰਦਾ ਜਾ ਕੇ ਕਿਸੇ ਪੱਬ ਵਿੱਚ ਨੱਚ ਰਿਹਾ ਹੋਵੇ ਤੇ ਮੁੜ ਕੇ ਕਵੇ ਵੀ ਮੈਨੂੰ ਡਿਗਰੀ ਮਿਲ ਜਾਵੇਗੀ? ਨਹੀਂ ਮਿਲੇਗੀ। ਸਤਿਗੁਰਾਂ ਨੇ ਬਾਣੀ ਵਿੱਚ ਉਦਾਹਰਨ ਦਿੱਤੀ ਹੈ। ਸਾਹਿਬ ਕਹਿੰਦੇ ਵੀ ਵੇਖੋ, ਇੱਕ ਬੱਚਾ ਸਾਰੀ ਰਾਤ ਸਾਰਾ ਦਿਨ ਪੜ੍ਹਦਾ ਹੈ ਤੇ ਇੱਕ ਦਿਨ ਆਪਾਂ ਕਵਾਂਗੇ ਵੀ ਉਹਨੂੰ ਕਿਸੇ ਵੀਸੀ ਨੇ, ਕਿਸੇ ਡੀਨ ਨੇ ਆ ਕੇ ਡਿਗਰੀ ਦਿੱਤੀ ਹੈ, ਪਰ ਚੂਹਾ ਸਾਰੀ ਰਾਤ ਕਾਗਜ਼ ਟੁੱਕ ਕੇ ਜਾਗਦਾ ਰਵੇ ਤੇ ਅੱਜ ਤੱਕ ਅਸੀਂ ਸੁਣਿਆ ਵੀ ਚੂਹੇ ਨੂੰ ਕਿਸੇ ਨੇ ਡਿਗਰੀ ਦਿੱਤੀ ਹੋਵੇ। ਜਿਹੜਾ ਬੰਦਾ ਕਰਮ ਕਾਂਡ ਕਰਦਾ ਨਾ ਧਰਮ ਦੇ ਨਾਮ ਤੇ, ਵਹਿਮ ਭਰਮ ਫਜ਼ੂਲ ਕਰਮ,
ਉਹਦੀ ਹਾਲਤ ਇਸ ਤਰ੍ਹਾਂ ਜਿਵੇਂ ਚੂਹਾ ਸਾਰੀ ਰਾਤ ਜਾਗੇ ਵੀ ਤੇ ਕਾਗਜ਼ ਟੁੱਕ ਟੁੱਕ ਕੇ ਢੇਰ ਲਾ ਦੇਵੇ, ਮਿਹਨਤ ਕਰੇ। ਪਰ ਜਿਹੜੇ ਗੁਰੂ ਦੀ ਬਾਣੀ ਦੇ ਦੱਸੇ ਮੁਤਾਬਕ ਕਰਮ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਇੱਕ ਵਿਦਿਆਰਥੀ ਕਿਸੇ ਲਾਇਬ੍ਰੇਰੀ ਵਿੱਚ ਬੈਠ ਕੇ ਆਪਣੇ ਸਿਲੇਬਸ ਦੇ ਮੁਤਾਬਕ ਪੜ੍ਹਾਈ ਪੜ੍ਹਦਾ ਤੇ ਉਹਨੂੰ ਡਿਗਰੀ ਮਿਲਦੀ ਹੈ। ਸਭ ਕਹਿੰਦੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਮੂਸਾ ਕਹਿੰਦੇ ਨੇ ਚੂਹੇ। ਹੁਣ ਸਤਿਗੁਰਾਂ ਨੇ ਜਦੋਂ ਸਿੱਖਿਆ ਦਿੱਤੀ ਤੇ ਪਾਂਧਾ ਗੋਪਾਲ ਜੀ ਦੇ ਵੀ ਸਤਿਗੁਰੂ ਟੀਚਰ ਬਣ ਗਏ, ਕਿਉਂਕਿ ਦੁਨਿਆਵੀ ਤੌਰ ਤੇ ਟੀਚਰ ਪਾਂਧਾ ਜੀ ਤੇ ਸਤਿਗੁਰੂ ਜੀ ਅਧਿਆਤਮਿਕ ਟੀਚਰ। ਤੇ ਉਹਨਾਂ ਨੇ ਜਦੋਂ ਸਿੱਖਿਆ ਦਿੱਤੀ ਤੇ ਪਾਂਧਾ ਜੀ ਜਿਗਿਆਸਾ ਬਣ ਕੇ, ਜਿਗਿਆਸਾ ਲੈ ਕੇ ਉਸ ਸਿੱਖਿਆ ਨੂੰ ਸੁਣਨ ਲਈ ਤਿਆਰ ਹੋਏ। ਤੇ ਸਾਹਿਬ ਨੇ ਇੱਕੋ ਨੁਕਤਾ ਦ੍ਰਿੜ ਕਰਾਇਆ ਸੀ। ਕਹਿਣ ਲੱਗੇ, ਪਾਂਧਾ ਜੀ ਜ਼ਿੰਦਗੀ ਵਿੱਚ ਐਸੇ ਲੇਖ ਤਾਂ ਬੜੇ ਲਿਖੇ ਜਿਹੜੇ ਰੋਜ਼ ਤੁਸੀਂ ਫੱਟੀ ਤੇ ਲਿਖਾਉਂਦੇ ਹੋ ਤੇ ਅਸੀਂ ਲਿਖਦੇ ਹਾਂ। ਕੀ ਕਦੇ ਜ਼ਿੰਦਗੀ ਵਿੱਚ ਐਸਾ ਲੇਖ ਲਿਖਿਆ ਜਿਹਦੇ ਲਿਖਣ ਨਾਲ ਅਗਲਾ ਲੇਖਾ ਹੀ ਨਿਬੜ ਜਾਏ? ਪਾਂਧਾ ਜੀ ਕਹਿਣ ਲੱਗੇ ਵੀ ਇਹ ਤੇ ਕਦੇ ਸੋਚਿਆ ਵੀ ਨਹੀਂ ਸੀ। ਆ ਦੁਨਿਆਵੀ ਲੇਖ ਲਿਖਣ ਲਈ ਕਾਗਜ਼ ਹੈ, ਕਲਮ ਹੈ, ਸਿਆਹੀ ਦੀ ਦਵਾਤ ਹੈ, ਟੀਚਰ ਹੈ, ਆਪਾਂ ਪੁੱਛ ਕੇ ਲਿਖਦੇ ਹਾਂ। ਆ ਜਿਹੜਾ ਲੇਖ ਤੁਸੀਂ ਲਿਖਣ ਲਈ ਕਹਿ ਰਹੇ ਹੋ ਵੀ ਜਿਹਦੇ ਲਿਖਣ ਨਾਲ ਲੇਖਾ ਹੀ ਮੁੱਕ ਜਾਣਾ ਹੈ, ਉਹਦੇ ਲਈ ਕਾਗਜ਼ ਕਿਹੜਾ, ਕਲਮ ਕਿਹੜੀ, ਸਿਆਹੀ ਦੀ ਦਵਾਤ ਕਿਹੜੀ ਤੇ ਕਿਹਨੂੰ ਪੁੱਛ ਕੇ ਲਿਖਣਾ ਹੈ? ਸ਼੍ਰੀ ਰਾਗ ਮਹੱਲ ਪਹਿਲਾ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਕਹਿਣ ਲੱਗੇ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਜੇ ਆ ਪੜ੍ਹਾਈ ਪੜ੍ਹ ਲਵੇਂਗਾ ਨਾ ਤੇ ਜਿੱਥੇ ਲੇਖਾ ਮੰਗਿਆ ਜਾਣਾ ਹੈ ਉੱਥੇ ਇਸ ਪੜ੍ਹਾਈ ਨੇ ਸੱਚ ਦੀ ਰਾਹਦਾਰੀ ਬਣ ਕੇ, ਸੱਚ ਦਾ ਪਰਵਾਣਾ ਬਣ ਕੇ ਤੇਰੇ ਨਾਲ ਨਿਭਣਾ। ਫਿਰ ਤੈਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ, ਕਿਉਂਕਿ ਜਦੋਂ ਆ ਆਤਮਿਕ ਪੜ੍ਹਾਈ ਦੀ ਡਿਗਰੀ ਤੇਰੇ ਕੋਲ ਹੋਵੇਗੀ ਤੇ ਸੱਚਮੁੱਚ ਜਿਵੇਂ ਦੁਨਿਆਵੀ ਤੌਰ ਤੇ ਪੜ੍ਹਿਆਂ ਲਿਖਿਆਂ ਦਾ ਸਤਿਕਾਰ ਹੁੰਦਾ। ਅੱਜ ਵੀ ਵੇਖੋ ਆਪਾਂ ਦੇਸ਼ ਵਿਦੇਸ਼ ਵਿੱਚ ਵਿਚਰਦੇ ਹਾਂ ਤੇ ਜਦੋਂ ਕਿਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਪਤਾ ਲੱਗਦਾ ਨਾ ਵੀ ਜਿਹੜਾ ਸਾਡੇ ਸਾਹਮਣੇ ਖੜਾ ਇਹ ਡਾਕਟਰ ਹੈ ਤੇ ਉਹ ਕਈ ਵਾਰ ਸਨਮਾਨ ਦਿੰਦੇ ਨੇ। ਜਦੋਂ ਬਾਹਰਲੇ ਦੇਸ਼ਾਂ ਵਿੱਚ ਪਤਾ ਲੱਗਦਾ ਹੈ ਵੀ ਕੋਈ ਇੰਜੀਨੀਅਰ ਹੈ, ਕੋਈ ਕਿਸੇ ਹੋਰ ਵੱਡੇ ਅਹੁਦੇ ਤੇ ਪਦਵੀ ਤੇ ਹੈ ਤੇ ਉਹਨਾਂ ਦਾ ਇੱਕ ਸਤਿਕਾਰ ਹੈ, ਕਿਉਂਕਿ ਦੁਨਿਆਵੀ ਤੌਰ ਤੇ ਪੜ੍ਹਾਈ ਦਾ, ਗੁਣਵਾਨਾਂ ਦਾ ਸਤਿਕਾਰ ਹੈ। ਸਾਹਿਬ ਕਹਿੰਦੇ ਇਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਜਦੋਂ ਸਦਾਚਾਰ ਗੁਣ ਨੈਤਿਕ ਕਦਰਾਂ ਕੀਮਤਾਂ ਸਾਡੀ ਜ਼ਿੰਦਗੀ ਵਿੱਚ ਆਉਣਗੀਆਂ ਤੇ ਫਿਰ ਲੋਕ ਪਰਲੋਕ ਦੇ ਵਿੱਚ ਸਾਡਾ ਸਨਮਾਨ ਹੋਵੇਗਾ। ਉੱਥੇ ਵੀ ਫਿਰ ਓਏ ਓਏ ਜਾਂ ਰੇ ਰੇ ਕਹਿ ਕੇ ਕੋਈ ਨਹੀਂ, ਸਗੋਂ ਜੀ ਆਇਆਂ ਨੂੰ ਕਹਿ ਕੇ ਵੈਲਕਮ ਕਰਕੇ ਉਹ ਸਾਡਾ ਸਵਾਗਤ ਕਰਨਗੇ। ਕਿਉਂ? ਉਹ ਸਤਿਕਾਰ ਹੈ, ਉਹ ਸਤਿਕਾਰ ਹੈ ਕਲਾ ਦਾ, ਉਹ ਸਤਿਕਾਰ ਹੈ ਗੁਣਾਂ ਦਾ। ਤੇ ਮੇਰੇ ਗਰੀਬ ਨਵਾਜ ਨੇ ਮੌਲਵੀ ਜੀ ਨੂੰ ਵੀ ਸਿੱਖਿਆ ਦਿੱਤੀ ਸੀ। ਜਦੋਂ ਮੌਲਵੀ ਕੋਲ ਮਦਰਸੇ ਪੜ੍ਹਨ ਵਾਸਤੇ ਜਾਂਦੇ ਤੇ ਮੌਲਵੀ ਜੀ ਨਾਲ ਜਦੋਂ ਅਧਿਆਤਮਿਕ ਵਿਚਾਰ ਕਰਦੇ ਤੇ ਉਹ ਅੱਗਿਓਂ ਆਖ ਦਿੰਦੇ ਵੀ ਹੁਣ ਤਾਂ ਬਚਪਨ ਹੈ, ਜਵਾਨੀ ਫਿਰ ਬੁਢਾਪਾ, ਜਦੋਂ ਮੌਤ ਦੇ ਨੇੜੇ ਹੋਵਾਂਗੇ ਉਦੋਂ ਇਹੋ ਜਿਹੀਆਂ ਗੱਲਾਂ ਕਰ ਲਵਾਂਗੇ। ਜਿਵੇਂ ਅੱਜ ਵੀ ਸਾਡੇ ਕੋਲ ਇੱਕ ਭੁਲੇਖਾ ਹੈ ਵੀ ਸ਼ਾਇਦ ਅਜੇ ਸਮਾਂ ਖੇਡਣ ਦਾ ਹੈ, ਅਜੇ ਸਮਾਂ ਖਾਣ ਪੀਣ ਦਾ ਹੈ। ਸਾਹਿਬ ਕਹਿੰਦੇ ਨਹੀਂ, ਜ਼ਿੰਦਗੀ ਦਾ ਜਿਹੜਾ ਜ਼ਰੂਰੀ ਕੰਮ ਹੋਵੇ ਨਾ ਉਹ ਕਈ ਵਾਰ ਆਪਾਂ ਦੁਪਹਿਰ ਜਾਂ ਤਰਕਾਲਾਂ ਨਹੀਂ ਢੀਕਦੇ, ਕਿਉਂਕਿ ਸਾਨੂੰ ਖਤਰਾ ਹੁੰਦਾ, ਪਤਾ ਨਹੀਂ ਕਿੱਥੇ ਰਾਤ ਪੈ ਜਾਣੀ। ਉਹ ਫਿਰ ਆਪਾਂ ਸਵੇਰੇ ਸਵੇਰੇ ਤੁਰਦੇ ਆਂ, ਤੜਕੇ ਤੜਕੇ ਤੁਰਦੇ ਆਂ ਵੀ ਮੰਜ਼ਿਲ ਤੇ ਪਹੁੰਚ ਸਕੀਏ। ਸੱਚਮੁੱਚ ਜ਼ਿੰਦਗੀ ਦਾ ਜ਼ਰੂਰੀ ਕਾਰਜ ਜਵਾਨੀ ਰੂਪੀ ਦੁਪਹਿਰ ਨਾ ਉਡੀਕੋ, ਬੁਢਾਪਾ ਰੂਪੀ ਤਰਕਾਲਾ ਨਾ ਉਡੀਕੋ, ਕੀ ਪਤਾ ਕਿੱਥੇ ਮੌਤ ਰੂਪੀ ਰਾਤ ਪੈ ਜਾਣੀ ਹੈ। ਬਚਪਨ ਰੂਪੀ ਸਵੇਰ ਤੋਂ ਹੀ ਤੁਰ ਪਵੋ, ਕਿਉਂਕਿ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਕਹਿੰਦੇ ਹੁਣ ਤੋਂ ਹੀ ਸੰਭਾਲ, ਹੁਣ ਤੋਂ ਹੀ ਤੁਰ, ਸਵੇਰ ਤੋਂ ਹੀ, ਬਚਪਨ ਤੋਂ ਹੀ ਤੁਰ ਪਾ, ਕਿਉਂਕਿ ਸਵਸਤ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ ਬੌੜ, ਜਨਮ ਨਾ ਛਾਪਣ। ਮੌਲਵੀ ਜੀ ਨੇ ਕਿਹਾ ਕਿ ਜਦੋਂ ਮੌਤ ਦੇ ਨੇੜੇ ਹੋਵੋਗੇ ਉਦੋਂ ਇਹ ਸੋਚ ਲੈਣਾ। ਤੇ ਸਾਹਿਬ ਨੇ ਉੱਥੇ ਵੀ ਇਹ ਉਪਦੇਸ਼ ਦਿੱਤਾ ਸੀ, ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਥਾਨੀ। ਕਹਿਣ ਲੱਗੇ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ, ਦਿਲ ਹੇਚ ਨਾਦਾਨੀ,
ਅਜ਼ਰਾਈਲ ਮੌਤ ਦੇ ਫਰਿਸ਼ਤੇ ਨੂੰ ਕਹਿੰਦੇ ਨੇ, ਮੌਲਵੀ ਨੂੰ ਸਿੱਖਿਆ ਦਿੱਤੀ ਕਿ ਸਾਡੇ ਸਿਰਾਂ ਦੀ ਚੋਟੀ ਅਜ਼ਰਾਈਲ ਨੇ ਸਦਾ ਪਕੜੀ ਹੋਈ ਹੈ। ਜਦੋਂ ਮਾਲਕ ਦਾ ਹੁਕਮ ਆ ਗਿਆ ਤੇ ਬਸ ਬੰਦਾ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇਸ ਕਰਕੇ ਜਦੋਂ ਤੱਕ ਸਾਡੇ ਅੰਦਰ ਸਵਾਸ ਨੇ, ਸਾਡੇ ਕੋਲ ਜੀਵਨ ਹੈ, ਉਦੋਂ ਤੱਕ ਸਾਹਿਬ ਕਹਿੰਦੇ ਭਲਾ ਕਰਨਾ ਚਾਹੀਦਾ, ਭਲਾ ਲੋਚਣਾ ਚਾਹੀਦਾ, ਪਰ ਉਪਕਾਰ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ। ਕਿਉਂਕਿ ਹਰ ਖੇਤਰ ਦੇ ਵਿੱਚ ਵਿਚਰਦਿਆਂ, ਚਾਹੇ ਕੋਈ ਕਿਸਾਨ ਹੈ, ਦੁਕਾਨਦਾਰ ਹੈ, ਚਾਹੇ ਵਪਾਰ ਹੈ, ਨੌਕਰੀ ਹੈ, ਜਦੋਂ ਸਾਡੀ ਜ਼ਿੰਦਗੀ ਵਿੱਚ ਪਰਉਪਕਾਰ ਆਵੇਗਾ ਤੇ ਜਿੰਨਾ ਕੁਝ ਅਸੀਂ ਪੜ੍ਹਿਆ ਹੁੰਦਾ, ਸਾਹਿਬ ਕਹਿੰਦੇ ਉਹ ਪੜ੍ਹਿਆ ਲੇਖੇ ਵਿੱਚ ਹੈ, ਉਹ ਪ੍ਰਵਾਨ ਹੋ ਜਾਂਦਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਦੋਂ ਅਸੀਂ ਪਰ ਉਪਕਾਰ ਕਰਾਂਗੇ, ਸਰੀਰ ਲਈ ਕਾਰ ਤਾਂ ਸਾਰੇ ਕਰਦੇ ਨੇ, ਆਤਮਾ ਲਈ ਵੀ ਭਜਨ ਬੰਦਗੀ ਸਾਰੇ ਕਰਦੇ ਨੇ, ਪਰ ਤੀਸਰਾ ਨੁਕਤਾ ਹੈ ਕਿ ਕਾਰ ਤੋਂ ਅੱਗੇ ਉਪਕਾਰ, ਤੇ ਤੀਸਰਾ ਪਰ ਉਪਕਾਰ ਜਿਹੜਾ ਪਰਾਏ ਦੇ ਭਲੇ ਵਾਸਤੇ ਕੀਤਾ ਜਾਵੇ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਪੜ੍ਹਾਈ ਵੀ ਦੂਸਰਿਆਂ ਦੀ ਖਾਤਰ ਸਤਿਗੁਰਾਂ ਨੇ ਆਪਣਾ ਸਿਰ ਤੱਕ ਕਟਵਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਆਪਣਾ ਵਿਗਾੜ ਕੇ ਵੀ ਦੂਜਿਆਂ ਦਾ ਭਲਾ ਕੀਤਾ। ਦੱਸ ਦਿੱਤਾ ਕਿ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਨੂੰ ਸੰਕਟ ਵਿੱਚ ਕੱਢਣਾ, ਇਹ ਪੜ੍ਹਾਈ ਪਰ ਉਪਕਾਰੀ ਹੈ। ਨਹੀਂ ਤਾਂ ਸਤਿਗੁਰੂ ਜੀ ਦੇ ਸਮੇਂ ਪਤਾ ਨਹੀਂ ਕਿੰਨੇ ਕੁ ਸੰਨਿਆਸੀ, ਕਿੰਨੇ ਕੁ ਜੋਗੀ, ਕਿੰਨੇ ਕੁ ਬ੍ਰਹਮਚਾਰੀ ਹੋਣਗੇ, ਪਰ ਪੰਡਤ ਜਦੋਂ ਇਕੱਠੇ ਹੋ ਕੇ ਤੁਰੇ ਸਨ ਕਸ਼ਮੀਰ ਦੀ ਧਰਤੀ ਤੋਂ, ਤੇ ਉਹਨਾਂ ਨੇ ਜਦੋਂ ਵੇਖਿਆ ਕਿਰਪਾ ਰਾਮ ਨੇ ਕਿ ਇੱਕੋ ਹੀ ਸਾਡੀ ਫਰਿਆਦ ਨੂੰ ਸੁਣ ਸਕਦੇ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਹੈ। ਨਹੀਂ ਤਾਂ ਅਧਿਆਤਮਕ ਪੜ੍ਹਾਈ ਵੀ ਬੜਿਆਂ ਦੇ ਕੋਲ ਸੀ। ਕੋਈ ਭਾਰਤ ਵਰਸ਼ ਵਿੱਚ ਘਾਟ ਨਹੀਂ ਸੀ ਸਾਧੂਆਂ ਸੰਤਾਂ ਦੀ, ਪਰ ਕਿਸੇ ਨੇ ਪੁਕਾਰ ਨਾ ਸੁਣੀ। ਕੋਈ ਵੀ ਕਿਸੇ ਦੀ ਖਾਤਰ ਮਰਨ ਵਾਸਤੇ ਸੀਸ ਕਟਾਉਣ ਲਈ ਤਿਆਰ ਨਾ ਹੋਇਆ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਅਧਿਆਤਮਕ ਪੜ੍ਹਾਈ ਸੀ, ਜਿਹੜੀ ਉਹਨਾਂ ਪਾਵਨ ਬਾਣੀ ਵਿੱਚ ਵੀ ਜ਼ਿਕਰ ਕੀਤਾ ਕਿ ਕੌਣ ਧਰਮ, ਉਹ ਕਿਹੜਾ ਧਰਮ ਹੈ। ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਫੁਨ ਕਰੀ, ਕੌਣ ਨਾਮ ਗੁਰ ਜਾਕੈ ਸਿਮਰੈ ਭਵ ਸਾਗਰ ਕੋ ਤਰੀ। ਉਹ ਕਿਹੜੀ ਵਿਦਿਆ ਹੈ, ਕਿਹੜਾ ਧਰਮ ਹੈ, ਕਿਹੜਾ ਕਰਮ ਹੈ, ਜਿਹਦੇ ਨਾਲ ਬੰਦਾ ਪਰਉਪਕਾਰੀ ਬਣ ਕੇ ਭਵ ਸਾਗਰ ਨੂੰ ਤਰ ਸਕੇ। ਤੇ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਅਧਿਆਤਮਕ ਵਿਦਿਆ ਪੜ੍ਹੀ ਜਿਹੜੀ ਇਹ ਕਹਿੰਦੀ ਸੀ ਕਿ ਆਪਣਾ ਸੀਸ ਕਟਾਓ ਤੇ ਦੂਜਿਆਂ ਦੇ ਸਿਰ ਧੜਾਂ ਦੇ ਨਾਲ ਜੁੜੇ। ਵੇਖੋ, ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣ ਆਇਆ ਨਹੀਂ, ਤੇ ਬੜੇ ਬੜੇ ਸੰਤ, ਮਹਾਤਮਾ, ਸੰਨਿਆਸੀ, ਜੋਗੀ ਸ਼ਮੇਰ ਪਰਬਤ ਤੇ ਜੰਗਲਾਂ ਵਿੱਚ, ਆਸ਼ਰਮਾਂ ਵਿੱਚ ਬੈਠੇ ਸਨ, ਪਰ ਕੋਈ ਚਾਂਦਨੀ ਚੌਂਕ ਵੱਲ ਨਹੀਂ ਤੁਰਿਆ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ। ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਏ। ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ। ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ, ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ। ਗੁਰੂ ਤੇਗ ਬਹਾਦਰ ਸਾਹਿਬ ਨੇ ਬਲਦੀ ਹੋਈ ਸ਼ਮਾ ਨੂੰ ਰੋਸ਼ਨ ਰੱਖਣ ਵਾਸਤੇ ਪਰਵਾਨੇ ਬਣ ਕੇ ਜਾ ਕੇ ਆਪਣੀ ਸ਼ਹਾਦਤ ਦਿੱਤੀ ਸੀ, ਜਿਹਦਾ ਭਾਵ ਸੀ ਕਿ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸਵਾਰੋ। ਪਰ ਅੱਜ ਸਮਾਜ ਭਾਵੇਂ ਪੜ੍ਹਿਆ ਲਿਖਿਆ ਵੀ ਹੈ, ਉਹ ਆਪਣੇ ਸਵਾਰਥ ਹਿੱਤ ਅਗਰ ਦੂਜਿਆਂ ਦਾ ਨੁਕਸਾਨ ਕਰਨਾ ਪਵੇ ਤੇ ਗੁਰੇਜ਼ ਨਹੀਂ ਕਰ ਰਿਹਾ। ਇੱਕ ਡਾਕਟਰ ਨੂੰ ਪਤਾ ਹੈ ਜੇ ਧੀਆਂ ਨੂੰ ਮਾਰੀ ਜਾਵਾਂਗੇ ਤੇ ਸਮਾਜ ਕਿਵੇਂ ਚੱਲੇਗਾ। ਉਹ ਹੱਥ ਵਿੱਚ ਛੁਰੀ ਪਕੜ ਕੇ ਭਰੂਣ ਹੱਤਿਆ ਵਾਲੇ ਪਾਸੇ ਤੁਰਿਆ ਹੋਇਆ। ਪਰ ਜੇ ਸਾਡੀ ਜ਼ਿੰਦਗੀ ਵਿੱਚ ਸੁਣਿਆ ਸਤ ਸੰਤੋਖ ਗਿਆਨ, ਜਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਗਿਆਨ ਵਿਚਾਰ ਤੋਂ ਪਹਿਲਾਂ ਸਤ ਤੇ ਸੰਤੋਖ ਆ ਜਾਵੇਗਾ, ਫਿਰ ਵਿਦਿਆ ਕਦੇ ਵੀ ਵਿਨਾਸ਼ ਵਾਲੇ ਪਾਸੇ ਨਹੀਂ ਤੁਰੇਗੀ। ਵਿਦਿਆ ਕਰਕੇ ਵਿਕਾਸ ਹੋਵੇਗਾ। ਦੀਵਾ ਬਲਦਾ ਹੈ, ਰੋਸ਼ਨੀ ਕਰਦਾ ਹੈ, ਪਰ ਜੇ ਦੀਵਾ ਨੇੜੇ ਕਰ ਲਿਆ ਜਾਵੇ ਤੇ ਖੁਦ ਦੇ ਕੱਪੜਿਆਂ ਨੂੰ ਵੀ ਅੱਗ ਲਾ ਕੇ ਉਹ ਸਾੜ ਦਿੰਦਾ ਹੈ। ਅੱਜ ਵਿਦਿਆ ਸਾੜਨ ਵਾਲੇ ਪਾਸੇ ਨਾ ਤੁਰੇ, ਵਿਦਿਆ ਬਚਾਉਣ ਵਾਲੇ ਪਾਸੇ ਤੁਰੇ। ਵਿਦਿਆ ਬਰਬਾਦੀ ਵਾਲੇ ਪਾਸੇ ਨਹੀਂ, ਵਿਦਿਆ ਤਾਂ ਆਬਾਦ ਕਰਨ ਦਾ ਮੈਸੇਜ ਕਨਵੇ ਕਰੇ। ਇਸੇ ਕਰਕੇ ਇਹ ਸਾਡੀਆਂ ਸੰਸਥਾਵਾਂ, ਜਿਨ੍ਹਾਂ ਦੇ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਵੇਲੇ ਆਪ ਜੀ ਨੂੰ ਜੀ ਆਇਆਂ ਕਹਿਣ ਵਾਸਤੇ ਇਹ ਸਮਾਗਮ ਕਰਵਾਏ ਜਾਂਦੇ ਨੇ। ਇੰਨਾ ਸਮਾਂ ਨਹੀਂ ਕਿ ਦਾਸ ਹੋਰ ਵਿਸਤਾਰ ਵਿੱਚ ਜਾਵੇ, ਕਿਉਂਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਫਾਊਂਡਰ ਨੇ, ਜਿਨ੍ਹਾਂ ਨੇ 52 ਕਿੱਤਿਆਂ ਦੇ ਵੱਖ-ਵੱਖ ਲੋਕ ਇੱਥੇ ਵਸਾਏ ਸਨ, ਜਿਨ੍ਹਾਂ ਨੇ ਕਿਰਪਾ ਕੀਤੀ ਸਾਨੂੰ
ਪਾਵਨ ਸਰੋਵਰ ਬਖਸ਼ਿਸ਼ ਕੀਤਾ, ਅੰਮ੍ਰਿਤਮਈ ਬਾਣੀ ਬਖਸ਼ਿਸ਼ ਕੀਤੀ, ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਲਿਖਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਕਿਹੜੀ ਜੋਤ? ਗਿਆਨ ਦੀ ਜੋਤ। ਜਿਵੇਂ ਫੈਲੇ ਵਿਦਿਆ ਚਾਨਣ ਹੋਏ, ਜਦੋਂ ਗੁਰਬਾਣੀ ਦੀ ਜੋਤ ਜਗੇਗੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਸੱਚਮੁੱਚ ਬਲਿਆ ਗੁਰ ਗਿਆਨ, ਅੰਧੇਰਾ ਬਿਨਸਿਆ ਹਾ ਰਤਨ ਪਦਾਰਥ ਲਾਦਾ। ਜਿਵੇਂ ਵਿਦਿਆ ਕੋਈ ਦੀਵਾ ਨਹੀਂ ਹੈ, ਇਵੇਂ ਆਪਾਂ ਵੀ ਦੀਵੇ ਨਾ ਭਾਲਦੇ ਫਿਰੀਏ ਵੀ ਦੀਵੇ ਤੋਂ ਹੱਥ ਫੇਰਾਂਗੇ ਤੇ ਸਾਡਾ ਕਲਿਆਣ ਹੋਣਾ। ਨਹੀਂ, ਗੁਰਬਾਣੀ ਰੂਪੀ ਦੀਪਕ, ਗੁਰਬਾਣੀ ਦਾ ਚਾਨਣ ਸਾਡੇ ਹਿਰਦੇ ਵਿੱਚ ਵਸੇ, ਗੁਰਬਾਣੀ ਦੀ ਜੋਤ ਜਗਾਉਂਦੇ ਸਨ ਗੁਰੂ ਰਾਮਦਾਸ ਮਹਾਰਾਜ। ਤੇ ਉਸ ਗਿਆਨ ਦੀ ਜੋਤ ਦਾ ਪ੍ਰਕਾਸ਼ ਜਿਹੜਾ ਸਾਡੇ ਹਿਰਦਿਆਂ ਦੇ ਵਿੱਚ ਆਵੇ, ਤੇ ਸੱਚਮੁੱਚ ਸੱਤੀ ਪੈਰੀ ਸੱਤ ਭਲਾ ਵਈਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਫਿਰ ਕੂੜ ਦਾ ਸਰਮਾਇਆ ਘਟੇਗਾ, ਸੱਚ ਦੀ ਰਾਸ ਵਧੇਗੀ। ਗੁਰੂ ਨਾਨਕ ਦੇਵ ਜੀ ਨੇ ਬੜੇ ਪਿਆਰ ਨਾਲ ਕਿਹਾ, ਮੈਂ ਸਮਾਪਤੀ ਕਰਾਂ, ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਦੇ ਹੋ, ਪੜ੍ਹਾਉਂਦੇ ਹੋ, 550 ਸਾਲਾ ਆਪਾਂ ਮਨਾਉਣ ਜਾ ਰਹੇ ਹਾਂ। ਸਾਹਿਬ ਨੇ ਪਿਆਰ ਦੀ ਗੁਲਵੱਕੜੀ ਵਿੱਚ ਲੈ ਕੇ ਇੱਕ ਬਚਨ ਕਿਹਾ, ਕਹਿਣ ਲੱਗੇ ਸੱਚਮੁੱਚ ਇਹ ਨੁਕਤਾ ਪੱਕਾ ਕਰਕੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਿਓ, ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ, ਖੋਟੇ ਵਣਜ ਵਣੰਜਿਆਂ ਤਨ ਮਨ ਖੋਟਾ ਹੋਏ। ਜਿਵੇਂ ਇੱਕ ਅਧਿਆਪਕ ਕਹਿੰਦਾ ਹੈ ਨਾ ਵੀ ਪੜ੍ਹ ਕੇ ਡਿਗਰੀਆਂ ਲਓਗੇ, ਜੇ ਪੜ੍ਹੇ ਨਾ ਤੇ ਫੇਲ ਹੋ ਜਾਓਗੇ। ਗਰੀਬ ਨਵਾਜ ਕਹਿੰਦੇ ਸੱਚ ਦੀ ਰਾਸ ਜ਼ਿੰਦਗੀ ਵਿੱਚ ਆਵੇਗੀ ਤੇ ਫੇਰ ਤੁਹਾਡਾ ਜੀਵਨ ਸਫਲ ਹੋਣਾ। ਜੇ ਖੋਟੇ ਪਾਸੇ ਤੁਰ ਪਏ, ਖੋਟਾ ਵਣਜ ਵਣੰਜਿਆਂ ਤਨ ਮਨ ਖੋਟਾ ਹੋਏ, ਜੀਵਨ ਖੋਟਾ ਹੋ ਜਾਵੇਗਾ। ਗਰੀਬ ਨਵਾਜ ਕਿਰਪਾ ਕਰਨ। ਸਾਰੇ ਵਿਦਿਆਰਥੀਆਂ ਨੂੰ ਅੱਜ ਜੀ ਆਇਆਂ ਆਖਣ ਵਾਸਤੇ ਆਪ ਜੀ ਜੁੜ ਬੈਠੇ ਹੋ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਅਤੇ ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ। ਕਿਉਂਕਿ ਦਾਸ ਨੇ ਹੁਣ ਜੋ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਮਾਗਮ ਅੱਜ ਮਜੀਠਾ ਰੋਡ ਜਿਹੜੇ ਚੱਲ ਰਿਹਾ, ਉੱਥੇ ਜਾ ਕੇ ਹਾਜ਼ਰੀ ਭਰਨੀ ਹੈ। ਦਾਸ ਦੀਆਂ ਸ਼ੁਭ ਇਛਾਵਾਂ ਸਮੁੱਚੇ ਬੱਚਿਆਂ ਦੇ ਨਾਲ ਹੈ। ਇਹੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਤੁਹਾਡੇ ਅਧਿਆਪਕ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਸਾਰੇ ਜਿਹੜੇ ਤੁਹਾਨੂੰ ਪੜ੍ਹਾਉਣ ਵਾਲੇ ਨੇ, ਉਹਨਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਤੁਹਾਨੂੰ ਵੀ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖ ਕੇ ਵਿਦਿਅਕ ਖੇਤਰ ਦੇ ਵਿੱਚ ਸਫਲਤਾ ਬਖਸ਼ਿਸ਼ ਕਰਕੇ ਨਵਾਜਣ, ਤਾਂ ਕਿ ਤੁਸੀਂ ਵੀ ਇੱਕ ਦਿਨ ਸੰਸਾਰ ਦੇ ਵਿੱਚ ਜਾ ਕੇ ਸੇਵਾ ਕਰ ਸਕੋ, ਪਰਉਪਕਾਰੀ ਬਣ ਸਕੋ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।